ਜਿਹੜਾ ਬੰਦਾ ਅੱਜ ਗਿਰਫਤ 'ਚ ਆਇਆ ਇਹ ਉਹਨਾਂ ਪਹਿਲੂਆਂ 'ਚ ਆ, ਉਹਨਾਂ ਪਹਿਲਿਆਂ 'ਚ ਆ ਜਿਹੜੇ ਬੇਅਦਬੀ ਕਰਾਉਣ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ, ਜਿਨ੍ਹਾਂ ਨੇ ਰੋਡ ਮੈਪ ਤਿਆਰ ਕੀਤੇ, ਜਿਹੜੇ ਨੇ ਬਹਿ ਕੇ ਉੱਥੇ ਸਾਜ਼ਿਸ਼ ਰਚੀ ਹੈ। ਸਰਬ ਸਾਂਝੀਵਾਲਤਾ ਦਾ ਬਾਣੀ ਜਿਹੜੀ ਉਪਦੇਸ਼ ਦਿੰਦੀ ਹੈ ਸਾਡੀ, ਤਾਂ ਉਹਨਾਂ ਦੇ ਅੰਗ ਲਲਕਾਰ ਕੇ ਗਲੀਆਂ 'ਚ ਖਿਲਾਰੇ ਜਾਣਾ ਤੇ ਉੱਤੋਂ ਸਰਕਾਰਾਂ ਇਹ ਕਰਨ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅੱਜ ਤੱਕ ਵੀ ਕੁਝ ਨਾ ਹੋਣਾ, ਤਾਂ ਇਹ ਫਿਰ ਸਿੱਧਾ ਚੈਲੰਜ ਸੀ ਨਾ ਇਹਨਾਂ ਸਰਕਾਰਾਂ ਨੂੰ ਤੇ ਸਿਸਟਮ ਨੂੰ ਜਿਹੜੇ ਜਿਨ੍ਹਾਂ ਦੀ ਗਿਰਫਤ 'ਚੋਂ ਬਾਹਰ ਰਹੇ ਆ। 8 ਸਾਲ ਮੁੱਖ ਬੰਦੇ ਤੱਕ ਹਾਲੇ ਤੱਕ ਅਸੀਂ ਪਹੁੰਚ ਨਹੀਂ ਸਕੇ। ਜਿਹੜਾ ਸਭ ਤੋਂ ਵੱਡਾ ਸੁਪਰ ਮਾਸਟਰਮਾਈਂਡ ਜਿਹਨੂੰ ਅਸੀਂ ਕਹੀਏ, ਇਹ ਤਾਂ ਮਾਸਟਰਮਾਈਂਡ ਹੋ ਗਏ, ਪਰ ਇਹਨਾਂ ਨੂੰ ਕਿਸੇ ਨੇ ਗਾਈਡ ਤਾਂ ਕੀਤਾ ਹੋਏਗਾ ਕਿ ਤੁਸੀਂ ਇਦਾਂ ਕਰੋ, ਤੇ ਇਹਦਾ ਜਿਹੜਾ ਲਾਹਾ ਕਿਸੇ ਨੇ ਲੈਣਾ ਸੀ, ਪੋਲੀਟੀਕਲ ਕੋਈ ਬੈਨੀਫਿਟ ਲੈਣਾ ਸੀ, ਉੱਥੇ ਪਹੁੰਚਣ ਤੋਂ ਸਿਆਸੀ ਲੋਕ ਡਰਦੇ ਜਾਂ ਘਬਰਾਉਂਦੇ ਨੇ। ਹਰ ਇੱਕ ਮਸਲੇ ਨੂੰ ਆਪਾਂ ਪੋਲੀਟੀਕਲੀ ਨਾ ਦੇਖਿਆ ਕਰੀਏ, ਕਿਉਂਕਿ ਇਹ ਮਸਲਾ ਜਾਂ ਇਹ ਮੁੱਦਾ ਇੱਕ ਪੋਲੀਟੀਕਲੀ ਨਹੀਂ ਹੈ, ਸਾਡੀ ਆਸਥਾ ਨਾਲ ਜੁੜਿਆ ਹੋਇਆ, ਸਾਡੀ ਕੋਈ ਰਾਜਨੀਤੀ ਨਹੀਂ ਹੈ। ਕੋਈ ਬਾਪ ਮਰਵਾ ਕੇ ਰਾਜਨੀਤੀ ਨਹੀਂ ਕਰਦਾ ਹੁੰਦਾ, ਕੋਈ ਚਾਹੁੰਦਾ ਨਹੀਂ ਹੁੰਦਾ ਕਿਸੇ ਦਾ ਬਾਪ ਮਰੇ, ਤੇ ਇੱਥੇ ਤਾਂ ਸਾਡੇ ਮਨੁੱਖਤਾ ਦੇ ਬਾਪ ਦੀ ਬੇਅਦਬੀ ਹੋ ਗਈ ਆ, ਸਾਡੇ ਇਸ਼ਟ ਦੀ, ਸਾਡੇ ਗੁਰੂ ਦੀ ਬੇਅਦਬੀ ਹੋ ਗਈ ਆ, ਤੇ ਅਸੀਂ ਸੜਕਾਂ ਤੇ ਆ ਕੇ ਰੋ ਵੀ ਨਹੀਂ ਸਕਦੇ। ਸਾਨੂੰ ਰੋਂਦਿਆਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ। ਤੇ ਇੱਕ ਅੰਮ੍ਰਿਤਪਾਲ 1 ਮਹੀਨਾ ਪੰਜਾਬ ਦੇ ਵਿੱਚ ਰਹਿੰਦਾ ਹੈ, ਤਾਂ ਜਿਹੜੇ ਬੰਦੇ ਨੇ ਉਹਨੂੰ ਪਨਾਹ ਦਿੱਤੀ ਆ, 30 ਤੋਂ 35 ਜਾਂ 25-30 ਜਿੰਨੇ ਵੀ ਲਾਏ ਆ, ਉਹਨਾਂ ਦੀ ਪੁੱਛਗਿੱਛ ਹੋ ਸਕਦੀ ਆ, ਉਹਨਾਂ ਦੇ ਮਤਲਬ ਬੈਕਗ੍ਰਾਉਂਡ ਚੈੱਕ ਕੀਤੇ ਜਾ ਸਕਦੇ ਆ। ਤਾਂ ਇੱਥੇ ਤਾਂ ਸਾਡੀ ਇਸ਼ਟ ਦੀ ਬੇਅਦਬੀ ਕਰਨ ਵਾਲਾ ਬੰਦਾ 8 ਸਾਲ ਭਗੌੜਾ ਰਿਹਾ। ਜੋ ਜਿਹਦਾ ਜਿੰਨਾ ਵੀ ਰੋਲ ਬਣਦਾ ਹੈ, ਉਹ ਕਿਸੇ ਵੀ ਪਾਰਟੀ ਦਾ ਹੈ, ਮੈਂ ਨਹੀਂ ਕਹਿੰਦਾ ਚਾਹੇ ਉਹ ਸਾਡੀ ਪਾਰਟੀ ਦਾ ਵੀ ਹੋਵੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਕਿਉਂਕਿ ਇਹ ਮਾਮਲਾ ਨਾ ਤਾਂ ਰਾਜਨੀਤਿਕ ਹੈ ਤੇ ਨਾ ਹੀ ਕਿਸੇ ਹੋਰ ਕਿਸਮ ਦਾ, ਇਹ ਤਾਂ ਸਾਡੇ ਇਸ਼ਟ ਦਾ ਮਾਮਲਾ, ਸਾਡੇ ਧਰਮ ਦਾ ਮਾਮਲਾ ਹੈ। ਅਸੀਂ ਬੰਦਿਆਂ ਨੂੰ ਬਚਾਉਣ ਤੁਰ ਪਏ ਨਾ, ਜਦੋਂ ਅਸੀਂ ਉਹਨਾਂ ਨੂੰ ਬਚਾਉਣ ਤੁਰ ਪਏ ਤਾਂ ਇਹ ਜਿਹੜਾ ਰਿਐਕਸ਼ਨ ਹੋਣਾ ਜ਼ਰੂਰੀ ਸੀਗਾ, ਔਰ ਇਸ ਕਰਕੇ ਮਸਲਾ ਉੱਥੋਂ ਉਲਝਿਆ। ਜੇ ਅਸੀਂ ਨਾ ਕਿਸੇ ਨੂੰ ਬਚਾਉਂਦੇ, ਨਾ ਇਹ ਰਾਜਨੀਤਿਕ ਹੋਣਾ ਸੀ, ਉਸੇ ਟਾਈਮ ਇਹ ਸੌਟ ਆਊਟ ਵੀ ਹੋ ਜਾਣਾ ਸੀ। ਕਿ ਜਿਹੜੇ ਕਿ ਬੰਦੇ ਨੂੰ 8 ਸਾਲ ਸੁਰੱਖਿਆ ਮਿਲਿਆ, ਸੁਖਰਾਜ ਜੀ ਵਿਚਾਰੇ ਜਿਹਨੇ ਨੇ ਆਪਣਾ ਬਾਪ ਪਾਲਿਆ, ਉਹ ਵਿਚਾਰੇ ਕਾਹਦੀ ਰਾਜਨੀਤੀ ਕਰਨਗੇ ਜੀ। ਇਹ ਰਾਜਨੀਤੀ ਦਾ ਪਾਰਟੀਆਂ ਕਰਦੀ ਸੀ, ਗੰਦੀ ਰਾਜਨੀਤੀ ਪੰਜਾਬ 'ਚ ਪ੍ਰਚਲਿਤ ਹੋ ਗਈ ਸੀ। ਸਾਡਾ ਜਿੱਦਣ ਦੇ ਅਸੀਂ ਆਏ ਆ, ਮਾਨ ਸਾਹਿਬ ਦੀ ਸਰਕਾਰ ਦਾ ਇੱਕ ਵਾਅਦਾ ਸੀਗਾ ਕਿ ਕੁਝ ਵੀ ਹੋ ਜਵੇ, ਭਾਵੇਂ ਕੋਈ ਕਿੰਨਾ ਮਰਜ਼ੀ ਪਾਵਰਫੁਲ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਅਸਲ ਮੁੱਦਾ ਇਹ ਹੈਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹ ਇੱਕ ਬਹੁਤ ਵੱਡਾ ਮਾਮਲਾ ਹੈ। ਉਹ ਨਾ ਤੱਕ ਰਾਜਨੀਤਿਕ ਹੈ, ਉਹ ਇੱਕ ਸਾਡੇ ਆਸਥਾ ਨਾਲ ਜੁੜਿਆ ਹੋਇਆ, ਜਿੰਨੇ 13-14 ਕਰੋੜ ਨਾਨਕ ਨਾਮ ਲੇਵਾ ਨੇ, ਉਹਨਾਂ ਦੀ ਆਸਥਾ ਨਾਲ ਜੁੜਿਆ ਹੋਇਆ ਮਾਮਲਾ ਹੈ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਭਾਈ, ਅਸੀਂ ਤਾਂ ਇਸ ਗੱਲ ਦੀ ਬਿਲਕੁਲ ਕਹਿੰਦੇ ਹੁੰਦੇ ਨੇ, ਇਸ ਗੱਲ ਦੀ ਸਪੋਰਟ ਕਰਦੇ ਹਾਂ ਵੀ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈ ਉਹ ਪਰਤਾਂ ਨੂੰ ਖੋਲੇ। ਔਰ ਮੈਂ ਇੱਕ ਗੱਲ ਦਾ ਬੜੀ ਸਾਡੀ ਪਾਰਟੀ ਵੱਲੋਂ ਇਹ ਵੀ ਕਹੂੰਗਾ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਅਸੀਂ ਕੋਸ਼ਿਸ਼ ਕਿੰਨੇ ਕਾਮਯਾਬ ਹੋਏ, ਨਹੀਂ ਕਾਮਯਾਬ ਹੋਏ, ਉਹ ਸਮਾਂ ਦੱਸੂਗਾ। ਪਰ ਜੇ ਕਿਤੇ ਸਾਡੇ ਤੋਂ ਕੋਈ ਊਣ ਤਰ ਰਹੀ ਹੈ, ਸਾਡੇ ਤੋਂ ਕਿਤੇ ਕੁਤਾਹੀ ਹੋਈ ਹੈ, ਅਸੀਂ ਹੱਥ ਜੋੜ ਕੇ ਸੀਸ ਨਿਭਾ ਕੇ ਉਸ ਗੱਲ ਦੀ ਸਾਰੀ ਨਾਨਕ ਨਾਮ ਲੇਵਾ ਤੋਂ ਸੰਗਤ ਤੋਂ ਮਾਫੀ ਮੰਗਦੇ ਆ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ। ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਬੇਅਦਬੀ ਦਾ ਮਾਸਟਰਮਾਈਂਡ ਬਰੇਟਾ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬ ਪੁਲਿਸ ਉਸ ਨੂੰ ਲੈਣ ਦੇ ਲਈ ਏਅਰਪੋਰਟ ਵੱਲ ਰਵਾਨਾ ਹੋ ਗਈ ਹੈ, ਔਰ ਹੋ ਸਕਦਾ ਹੈ ਕਿ ਜਦੋਂ ਇਹ ਚਰਚਾ ਲੋਕਾਂ ਤੱਕ ਪਹੁੰਚੇ, ਉਦੋਂ ਤੱਕ ਉਸ ਨੂੰ ਹਿਰਾਸਤ ਦੇ ਵਿੱਚ ਵੀ, ਪੰਜਾਬ ਪੁਲਿਸ ਦੀ ਗ੍ਰਿਫਤ ਦੇ ਵਿੱਚ ਵੀ ਉਹ ਆ ਜਾਵੇ। ਦਰਅਸਲ ਇਹ ਮਸਲਾ ਉਹ ਮਸਲਾ ਹੈ ਪੰਜਾਬ ਦਾ, ਜਿਹੜੇ ਪੰਜਾਬ ਦੇ ਜਿਹੜੇ ਬੇਸਿਕ ਬੁਨਿਆਦੀ ਮੁੱਦੇ ਆ ਉਹਨਾਂ 'ਚ ਸ਼ਾਮਲ ਹੋ ਗਿਆ, ਉਹ ਸੂਚੀ ਸ਼ਾਮਲ ਹੋ ਗਿਆ। ਬੁਨਿਆਦੀ ਮੁੱਦਿਆਂ ਦਾ ਭਾਵ ਪੰਜਾਬੀ ਬੋਲਦੇ ਇਲਾਕੇ ਔਰ ਚੰਡੀਗੜ੍ਹ ਦੀ ਮੰਗ, SYL ਦੀ ਗੱਲ, ਉਹਨਾਂ ਦੇ ਵਿੱਚ ਬਰਗਾੜੀ, ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਇਨਸਾਫ ਦਾ ਮੁੱਦਾ ਵੀ ਸ਼ੁਮਾਰ ਹੋ ਚੁੱਕਿਆ, ਕਿਉਂਕਿ ਪਿਛਲੀਆਂ ਜੇਕਰ ਅਸੀਂ 2 ਚੋਣਾਂ ਦੇਖੀਏ ਸਿੱਧੇ ਤੌਰ ਤੇ ਇਹਨਾਂ ਮੁੱਦਿਆਂ ਤੇ ਹੋ ਚੁੱਕੀਆਂ ਨੇ। 2017 ਦੀ ਚੋਣਾਂ ਵੀ ਇਸ ਮੁੱਦੇ ਦੇ ਉੱਤੇ ਹੋਈ, 2022 ਦੇ ਵਿੱਚ ਵੀ ਇਹ ਮੁੱਦਾ ਕਾਫੀ ਭਾਰੂ ਰਿਹਾ, ਪਰ ਪੂਰੀ ਤਰੀਕੇ ਨਾਲ 2017 ਵਾਂਗੂ ਨਹੀਂ ਰਿਹਾ, ਪਰ ਰਿਹਾ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ 4 ਸਾਲ ਜਿਹੜੀ ਕਾਂਗਰਸ ਸਰਕਾਰ ਸੀ, ਉਹ ਇਸ ਮਸਲੇ ਨੂੰ ਕਿਸੇ ਧਣ ਪੱਤਣ ਲਾਉਣ ਤੇ ਕਾਮਯਾਬ ਨਹੀਂ ਹੋਈ, ਜਿਸ ਪੱਧਰ ਦੀਆਂ ਤਕਰੀਰਾਂ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਕੀਤੀਆਂ ਗਈਆਂ ਸੀ। ਸੋ
ਮੁੱਦਾ ਇਹ ਸੀਗਾ ਕਿ ਬੁਰਜਵਾਰ ਸਿੰਘ ਵਾਲਾ ਤੋਂ ਮਹਾਰਾਜ ਸਾਹਿਬ ਦੇ ਸਰੂਪ ਚੋਰੀ ਕਰਕੇ ਪੋਸਟਰ ਲਾ ਕੇ ਕਿ ਅਸੀਂ ਤੁਹਾਡੇ ਗੁਰੂ ਦੀ ਬੇਪਤ ਕਰਾਂਗੇ, ਬਰਗਾੜੀ ਦੇ ਵਿੱਚ ਉਹਨਾਂ ਨੂੰ ਬੇਪਤ ਕੀਤਾ ਜਾਂਦਾ ਹੈ ਤੇ ਪ੍ਰਸ਼ਾਸਨ ਨਾਕਾਮ ਰਹਿੰਦਾ ਹੈ। ਉਸ ਪੋਸਟਰ ਤੋਂ ਬਾਅਦ ਇਸ ਹੋਈ ਮੰਦਭਾਗੀ ਸ਼ਾਹਰਗ ਨੂੰ ਤੜਪਾਉਣ ਵਾਲੀ ਬੇਅਦਬੀ ਨੂੰ ਰੋਕਣ 'ਚ तो उस तो बाद इंसाफ ਲਈ ਬਾਈਬਲ ਕਾਲਾ ਮੋਰਚਾ लगता है, कोटकपूरे मोर्चा लगता है, उत्थे सरकारी डांग ते गोली चलती है, 2 शहीदियां भी होंदियां ने ते कई जख्मी भी होंदे आ। सो उस तो बाद लगातार सरकारां बदलदियां गईयां, मुद्दे बदलते गए और बरगाड़ी बेअदबी दा ते गोली कांड दा मुद्दा ज्यों दी त्यों उत्थे ही खड़ा है। कदे केस CBI कोल चला गया, कदे वापस SIT कोल आ गया, कदे केंद्र के हवाले तो कदे पंजाब के हवाले, हुण तक ये कुछ चलता रहा है। और संदीप रेटा की गिरफ्तारी किन्नी क अहम भूमिका निभावेगी बेअदबी के जिहड़े मुख साजिश घाड़े है उन्होंने फड़न दे विच ते मुख जिहड़े दोषी है उन्होंने सलाखां पिछे ढकण दे लई। सो इस मुद्दे दे उत्ते अज चर्चा करांगे। इस नूं लैके मुख मंत्री मान ते ओपोजिशन ते धिरां ते उस तो इलावा पीड़ित परिवार की कह रहे वो सुनते हैं। इस तो पहला ये दोषियों नूं सज़ा मिलनी चाहिए। तो दोषियों नूं सज़ा देवे कौन सर? 2 साल उन्होंने लगाते, 5 साल कैप्टन साहब ने लगाते। दोषियों नूं कौन सज़ा देवे? चादर तो उन्होंने हथ सी, चादर फड़ के खड़े सी ना सर। वो सानू असीं वादा कीता सी कि गुरु साहब दे जिहड़े दोषी ने, गुरु साहब दे जिहड़ी उन्हां दी बेअदबी करन वालिआं नूं सज़ा देवांगे। हालांकि असीं सज़ा देण वाले कोई भी नहीं हुंदे। जी तो असी जाके हर रोज आशीर्वाद लेने कि गुरु साहब साडे परिवार की रख्या करी, वो अपनी रख्या करनी भी जानता है। मैं कहता रहा स्टेजां ते कि सज़ा जरूर मिलूगी। ऐस कचहरी च बड़े वकील कर लोगे या ऐस कचहरी च कुछ होर कर लोगे, परमात्मा की कचहरी च तो नहीं बच सकते। सो मैं कहता रहा कि जिन्ना कि साडे वास होया असी गुरु साहब दे दोषियां नूं जिहड़ा उन्हां दे नाम नसर करांगे, अदालतां ते छड्डांगे कि फैसला हो जाए। तो सर पंजाब दी सरकार ने बिल्कुल नवें तरीके ने एक बिगाड़िया होया केस जम ही मतलब जिहदे विच समझ लो निचोड़िया होया नींबू सी ओहदे विच असीं अपनी हिम्मत नाल गुरु साहब प्रति साडी शरधा नाल संगतां दे आशीर्वाद नाल असीं उहनूं केस नूं रीराइट करके 7000 पन्नियां दा असीं ਜਿਹੜਾ ਚਲਾਨ ਪੇਸ਼ ਕੀਤਾ ਹੈ और ਉਹਦੇ ਵਿੱਚ ਜਿਹੜੇ ਮਾਸਟਰ ਮਾਈਂਡ ਨੇ ਉਹਨਾਂ ਦਾ ਨਾਮ ਸੁਣਦੇ ਹੀ ਵੱਡੇ ਵੱਡੇ ਕੰਬ ਜਾਂਦੇ ਨੇ। ਨਾ ਯਾਰ ਇਹਨਾਂ ਨਾਲ ਪੰਗਾ ਨਾ ਲਓ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਬੇਅਦਬੀ ਦੀਆਂ ਪੈੜਾਂ ਬਾਦਲਾਂ ਦੇ ਘਰ ਜਾਂਦੀਆਂ ਨੇ। 2017 ਤੋਂ ਪਹਿਲਾਂ ਸਰਕਾਰ ਬਣਨ ਤੋਂ ਪੰਜਾਬ ਦੇ ਲੋਕਾਂ ਨੇ ਫਤਵਾ ਦੇ ਕੇ ਸਰਕਾਰ ਬਣਾਤੀ ਇਨਸਾਫ ਦੀ ਆਸ, ਪਰ ਹੁਣ ਪਤਾ ਨਹੀਂ ਬਰਗਾੜੀ ਬੇਅਦਬੀ ਦੀਆਂ ਪੈੜਾਂ ਕਦੋਂ ਬਾਦਲਾਂ ਦੇ ਘਰ ਜਾਣਗੀਆਂ, ਕਿਉਂਕਿ ਜਿਹੜਾ ਵੀ ਜਾਂਚ ਕਰਦਾ ਨਿਰਪੱਖ ਉਹਨੂੰ ਹੀ ਬਦਲ ਦਿੱਤਾ ਜਾਂਦਾ। कुंवर विजय प्रताप सिंह ਨੂੰ बदलण वास्ते बादलों ने पूरा जोर लाया तो आखिर बदल के हटे, चाहे वो हाई कोर्ट के आदेश ही, पर कैप्टन अमरिंदर सिंह के वकीलों ने एडवोकेट जनरल ने उत्थे अपना पक्ष नहीं मजबूती नाल रखिया, जिस करके ढेर हो गए उत्थे ते कुंवर विजय प्रताप नूं जिहड़ा सिट तो चेंज करन दे हुक्म हो गए। अजे भी सुप्रीम कोर्ट दे विच पंजाब सरकार जा सकती है, पर जिथों तक लग रहा भी कैप्टन अमरिंदर सिंह जिवें सौदा साध नाल दोस्ती पगाई जा रही है, वो दोषी नामजद हो गया बेअदबी च, उन्होंने पंजाब लिया के नहीं पुछगिछ हो रही। तो इस तरह बादलों नूं बचाउण दा जिहड़ा यतन किया जा रहा। मैं आपको सम्मुख बेनती करनी चाहूँ, तुसी सरदार बादल दा ते सुखबीर सिंह बादल दा कार्यकाल वेख्या, तुसी वेख्या उन्होंने किहो जे कार्य कीते। मैं धन्यवाद करना चाहूँ कैप्टन अमरिंदर सिंह जी का गुरु ग्रंथ साहिब महाराज जी की जो बेअदबी हुई 100 तो वध वार 200 तो वध वार मेरे गुरु दे अंग पार पार के रूड़ियां पे सिटे गए, लेकिन सरदार बादल नूं तरस नहीं आया। बार बार सिख संगतां ने बेनतियां कीतियां कि बादल साहब साडे गुरु की पग नूं हथ पाया जा रहा है, साडे गुरु की बेअदबी की जा रही है, लेकिन फिर भी कुछ नहीं होया। मैनूं याद है वो काले दिन जदों जदों निगरानी दे अंदर एक पोस्टर लग गया सी और उस पोस्टर पे लिखा गया कि थोड़ा गुरु साडे कब्जे च है। क्योंकि पिछले 8 सालों तो
ਪੰਜਾਬ ਦੇ ਵਿੱਚ ਇਹਨਾਂ ਲੋਕਾਂ ਨੇ ਲਾਂਬੂ ਲਾਇਆ ਹੋਇਆ ਸੀਗਾ। ਬੇਅਦਬੀ ਦੇ ਦੁਖਾਂਤ ਦੇ ਪਿੱਛੇ ਇਹਨਾਂ ਲੋਕਾਂ ਦਾ ਹੱਥ ਹੈ। ਹਰ ਇੱਕ ਉਸ ਵਿਅਕਤੀ ਦੇ ਹਿਰਦੇ ਬਲੂੰਦਰੇ ਗਏ ਸੀ ਉਸ ਐਕਸੀਡੈਂਟ ਦੇ ਨਾਲ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਗੁਰੂ ਮੰਨਦਾ ਹੈ, ਬਾਣੀ ਤੇ ਨਿਸ਼ਚਾ ਰੱਖਦਾ ਹੈ। ਇਹਨਾਂ ਨੇ ਉਹਨਾਂ ਦੇ ਅੰਗ ਪਾੜ ਕੇ ਗਲੀਆਂ 'ਚ ਖਿਲਾਰੇ ਆ, ਤਾਂ ਜਿਨ੍ਹਾਂ ਦੇ ਵਿੱਚ ਇਹਦੀ ਭੂਮਿਕਾ ਮੇਨ ਬੰਦਿਆਂ ਦੇ ਵਿੱਚ ਆਉਂਦੀ ਆ। ਇੱਕ ਦੇ ਗ੍ਰਿਫਤਾਰ ਹੋਣ ਦੇ ਨਾਲ ਅਗਲੇ ਰਾਹ ਵੀ ਜਿਹੜੇ ਖੁੱਲਣਗੇ, ਜਿਹੜੇ ਰਹਿੰਦੇ ਆ ਉਹਨਾਂ ਦੀ ਵੀ ਗ੍ਰਿਫਤਾਰੀ ਹੋਊਗੀ। ਤੇ ਦੂਸਰੇ ਪਾਸੇ ਜਿਹੜਾ ਇਹਨਾਂ ਦਾ ਮੁੱਖ ਸਾਜ਼ਿਸ਼ਕਰਤਾ ਤੇ ਮਾਸਟਰਮਾਈਂਡ ਹੈ, ਜਿਹਦੀ ਦੇਖ ਰੇਖ ਹੇਠ ਸਾਰਾ ਹੋਇਆ ਬਲਾਤਕਾਰੀ ਰਾਮ ਰਹੀਮ ਆ, ਉਹਨੂੰ ਵੀ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸੀਆਈ ਸਟਾਫ ਦੇ ਵਿੱਚ ਲਿਆ ਕੇ ਜਿਹੜਾ ਇੰਟਰੋਗੇਟ ਕੀਤਾ ਜਾਊਗਾ। ਸੁਖਰਾਜ ਜੀ, ਇਹਨਾਂ ਦਾ ਰੋਲ ਕੀ ਸੀ ਜਿਹੜੇ 3 ਲੋਕ ਨਾਮਜ਼ਦ ਸੀਗੇ ਔਰ ਭਗੌੜੇ ਐਲਾਨੇ ਹੋਏ ਨੇ? ਜਿਹੜੀ ਪਹਿਲੀ 5 ਮੈਂਬਰੀ ਕੇ 7 ਮੈਂਬਰੀ ਦੇ ਮੇਨ ਬੰਦੇ ਆ, ਜਿਨ੍ਹਾਂ ਨੇ ਇਹ ਸਾਜ਼ਿਸ਼ ਆ ਜਿਹੜੀ ਡੇਰੇ ਦੇ ਵਿੱਚ ਬਹਿ ਕੇ ਰਚੀ ਸੀਗੀ। ਬਰਗਾੜੀ ਤੇ ਭਗਤੇ ਵਾਲੀ ਜਿਹੜੀ ਬੇਅਦਬੀ ਆ, ਇਹ ਸਾਰੀ ਇਹਨਾਂ ਦੇ ਪੈਰੋਂ ਹੁੰਦੀ ਆ। ਸੋ ਇਹਨਾਂ ਦੀ ਦੇਖ ਰੇਖ ਵਿੱਚ ਹੁੰਦੀ ਆ। ਇਹ ਇੱਕ ਬਹੁਤ ਵੱਡਾ ਮੈਂ ਸਮਝਾਂਗਾ ਕ੍ਰਿਮੀਨਲ ਹੈ, ਕਿਉਂਕਿ ਜਿਹੜੇ ਗੁਰੂ ਨੂੰ ਲੋਕ ਨਤਮਸਤਕ ਹੁੰਦੇ ਆ, ਸਿਰ ਝੁਕਾਉਂਦੇ ਆ, ਆਪਣੀਆਂ ਅਰਦਾਸਾਂ ਬੇਨਤੀਆਂ ਕਰਦੇ ਆ, ਇਹਨਾਂ ਨੇ ਉਹਨਾਂ ਦੇ ਅੰਗ ਗਲੀਆਂ 'ਚ ਖਿਲਾਰੇ ਆ। ਸੋ ਅੱਜ ਇਸ ਬੇਹੱਦ ਸੰਜੀਦਾ ਮੁੱਦੇ ਦੇ ਉੱਤੇ ਚਰਚਾ ਮੁਨੱਕਦ ਕੀਤੀ। ਆਏ ਹੋਏ ਮਹਿਮਾਨਾਂ ਦਾ ਰਸਮੀ ਤਾਰਫ ਕਰਵਾਉਂਦੇ ਹੋਏ ਇਸਤਕਬਾਲ ਕਰਾਂਗੇ। ਇਸ ਚਰਚਾ ਦੇ ਵਿੱਚ ਸਾਡੇ ਨਾਲ ਭਾਈ ਸੁਖਰਾਜ ਸਿੰਘ ਜੁੜੇ ਆ, ਤੁਹਾਡਾ ਇਸਤਕਬਾਲ ਹੈ ਜੀ। ਇਕਬਾਲ ਸਿੰਘ ਚੰਨੀ ਸਾਹਿਬ ਬੀਜੇਪੀ ਤੋਂ ਆਪਣੀ ਗੱਲਬਾਤ ਰੱਖਣਗੇ, ਜੀਓ ਆਇਆਂ ਨੂੰ। ਅਹਿਬਾਬ ਗਰੇਵਾਲ ਸਾਹਿਬ ਆਮ ਆਦਮੀ ਪਾਰਟੀ ਤੋਂ, ਤੁਹਾਡਾ ਸਵਾਗਤ ਹੈ। ਸੁਖਦੇਵ ਸਿੰਘ ਜੀ ਕਾਂਗਰਸ ਤੋਂ ਆਪਣੀ ਗੱਲ ਰੱਖਣਗੇ, ਜੀਓ ਆਇਆਂ ਨੂੰ ਜਨਾਬ। ਸ਼੍ਰੋਮਣੀ ਅਕਾਲੀ ਦਲ ਤੋਂ ਸੀਨੀਅਰ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਸਾਹਿਬ ਇਸ ਚਰਚਾ ਦੇ ਵਿੱਚ ਜੁੜੇ, ਤੁਹਾਡਾ ਵੀ ਸਵਾਗਤ ਹੈ। ਸਭ ਤੋਂ ਪਹਿਲਾਂ ਸੁਖਰਾਜ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਲੰਮੇ ਸਮੇਂ ਤੋਂ ਮੋਰਚਾ ਵੀ ਤੁਸੀਂ ਲਾ ਕੇ ਰੱਖਿਆ ਔਰ ਇਸ ਮੁੱਦੇ ਨੂੰ ਬਹੁਤ ਬਾਰੀਕੀ ਤੋਂ ਜਾਣਦੇ ਹੋ। ਜਿਸ ਆਸ ਦੇ ਨਾਲ ਬਰਗਾੜੀ ਦੇ ਵਿੱਚ ਮੋਰਚਾ ਲੱਗਿਆ ਸੀ, ਕੋਟਕਪੂਰੇ ਲੱਗਿਆ ਸੀ, ਬਦਲੇ ਦੇ ਵਿੱਚ ਸਰਕਾਰੀ ਡਾਂਗ ਤੇ ਗੋਲੀ ਮਿਲੀ, ਮੈਨੂੰ ਕਹਿਣ ਤੋਂ ਕੋਈ ਗਰੇਜ਼ ਨਹੀਂ। ਫਿਰ ਬਰਗਾੜੀ, ਫਿਰ ਮੋਰਚਾ ਲੱਗਦਾ ਦੁਬਾਰਾ, ਫਿਰ ਉਹ ਮੋਰਚਾ ਚੱਕਿਆ ਜਾਂਦਾ ਹੈ, ਉਹਦੇ ਵਿੱਚ ਪੈਸਿਆਂ ਦੇ ਲੈਣ ਦੇਣ ਦੇ ਇਲਜ਼ਾਮ ਲੱਗਦੇ ਆ। ਉਸ ਤੋਂ ਬਾਅਦ ਤੁਸੀਂ ਫਿਰ ਮੋਰਚਾ ਲਾ ਕੇ ਰੱਖਿਆ। ਸਰਕਾਰਾਂ ਨੇ ਜੋ ਵਾਅਦੇ ਕੀਤੇ, ਕਿੰਨੇ ਕੁ ਵਫਾ ਕੀਤੇ ਤੇ ਕਿੰਨਾ ਕੁ ਡੰਗ ਟਪਾਇਆ? ਦੇਖੋ, ਅੱਜ ਤੱਕ ਇੱਕ ਚੈਲੰਜ ਰਿਹਾ ਸਰਕਾਰ ਨੂੰ ਇਸ ਗੱਲ ਦਾ ਉਹਨਾਂ ਦੋਸ਼ੀਆਂ ਵੱਲੋਂ, ਜਿਹੜਾ ਅੱਜ 8 ਸਾਲ ਬਾਅਦ 에ਅਰਪੋਰਟ ਦੇ ਉੱਤੋਂ ਗ੍ਰਿਫਤ ਆਉਂਦਾ ਹੈ, ਤਾਂ ਇੱਕ ਚੈਲੰਜ ਹੈ ਸਿਸਟਮ ਨੂੰ ਤੇ ਇਹਨਾਂ ਸਰਕਾਰਾਂ ਨੂੰ ਜੀ, ਕਿ ਬੇਅਦਬੀ ਕਰਨ ਵਾਲਾ ਜਾਂ ਕਰਾਉਣ ਵਾਲੇ ਉਹ ਮੁੱਖ ਜਿਹੜੇ ਮਾਸਟਰਮਾਈਂਡ ਸਾਜ਼ਿਸ਼ ਕਰਤਾ ਸ਼ਰੇਆਮ ਬਾਹਰ ਰਹੇ, ਇਹਨਾਂ ਦੀ ਸਿਸਟਮ ਦੇ ਗ੍ਰਿਫਤ ਚੋਂ ਬਾਹਰ ਰਹੇ। ਤੇ ਸਰਕਾਰਾਂ ਸਟੇਜਾਂ ਤੇ ਚੜ੍ਹ ਕੇ ਰੌਲਾ ਪਾਉਂਦੀਆਂ ਰਹੀਆਂ, ਅਸੀਂ ਐਂ ਕਰਾਂਗੇ, ਅਸੀਂ ਜੋ ਕਰਾਂਗੇ। 3 ਸਰਕਾਰਾਂ ਇਸੇ ਦੀ ਚੱਲੀਆਂ, ਇਸੇ ਦੀ ਬਣੀਆਂ, ਪਰ ਇਹਦਾ ਸੰਜੀਦਗਾ ਹੱਲ ਜਾਂ ਉਹਨਾਂ ਦੋਸ਼ੀਆਂ ਤੇ ਕਾਰਵਾਈ ਅੱਜ ਤੱਕ ਨਹੀਂ ਹੋਈ। ਸੋ ਇਹ ਰਿਹਾ ਰਾਜਨੀਤਿਕ ਤੌਰ ਤੇ ਇਸ ਕੇਸ ਨੂੰ ਖਰਾਬ ਕਰਨ ਦਾ। ਜੋ ਮਰਜ਼ੀ ਕੋਈ ਕਿਵੇਂ ਕਹੀ ਜਾਵੇ, ਪਰ ਹੁਣ ਜੋ ਹੋਇਆ, ਇਸ ਤੋਂ ਬਾਅਦ ਬਹੁਤ ਸਾਰੇ ਰਾਹ ਖੁੱਲਦੇ ਆ ਜੇ ਉਹਨਾਂ ਤੇ ਅਮਲੇ ਗੌਰ ਫਰਮਾਇਆ ਜਾਵੇ। ਜੇ ਉਸ ਤੋਂ ਕੱਲਾ ਗੱਲ ਤੁਸੀਂ ਵੱਡੀ ਆਖੀ ਕਿ ਇਸ ਤੋਂ ਬਾਅਦ ਬਹੁਤ ਰਾਹ ਖੁੱਲਦੇ ਆ, ਕਿਹੋ ਜਿਹੇ ਰਾਹ ਖੁੱਲਣਗੇ? ਵਾਕਿਆ ਹੀ ਜਿਹੜੀ ਜਿਵੇਂ ਦਾਦੂਵਾਲ ਸਾਹਿਬ ਕਹਿ ਰਹੇ ਸੀਗੇ ਕਿ ਜਿੱਥੇ ਬੇਅਦਬੀ ਦੀਆਂ ਪੈੜਾਂ ਜਾਂਦੀਆਂ ਨੇ, ਵਾਕਿਆ ਹੀ ਉਹ ਪੈੜ ਨੱਪੀ ਜਾਊਗੀ ਕਿ ਨਹੀਂ? ਇਹ ਦੇਖੋ, ਇਹ ਤਾਂ ਹੁਣ ਇਨਵੈਸਟੀਗੇਸ਼ਨ 'ਚ ਪਤਾ ਲੱਗਣਾ, ਜਿਹੜੀ ਹਜੇ ਕਿ ਸਟਿਲ ਓਪਨ ਆ, ਚੱਲ ਰਹੀ ਆ, ਟੀਮ ਨੇ ਕਰਨਾ। ਪਰ ਜਿਹੜਾ ਬੰਦਾ ਅੱਜ ਗ੍ਰਿਫਤ 'ਚ ਆਇਆ, ਇਹ ਉਹਨਾਂ ਪਹਿਲੂਆਂ 'ਚ ਆ, ਉਹਨਾਂ ਪਹਿਲਿਆਂ 'ਚ ਆ ਜਿਹੜੇ ਬੇਅਦਬੀ ਕਰਾਉਣ ਦੇ ਵਿੱਚ ਮੁੱਖ ਸਾਜ਼ਿਸ਼ ਕਰਤਾ, ਜਿਨ੍ਹਾਂ ਨੇ ਰੋਡ ਮੈਪ ਤਿਆਰ ਕੀਤੇ, ਜਿਹੜੇ ਨੇ ਬਹਿ ਕੇ ਉੱਥੇ ਸਾਜ਼ਿਸ਼ ਰਚੀ ਹੈ। ਕਿਉਂ ਰਚੀ, ਕਿਹਦੇ ਕਹਿਣ ਤੇ ਰਚੀ ਹੈ, ਹਜੇ ਬਹੁਤ ਗੱਲਾਂ ਆਉਣੀਆਂ। ਕੀ ਇਹਦੇ ਪਿੱਛੇ ਮਕਸਦ ਸੀ, ਕੀ ਮਨਸ਼ਾ ਸੀ ਪੰਜਾਬ ਨੂੰ ਲਾਗੂ ਲਾਉਣ ਦੀ? ਜਿਵੇਂ ਪਹਿਲਾਂ ਵੀ ਕਹਿ ਚੁੱਕਿਆ ਕਿ ਅਸੀਂ ਉਸ ਸ਼ਬਦ ਗੁਰੂ ਦੇ ਅੱਗੇ ਇੰਨਾ ਕੁ ਨਤਮਸਤਕ ਹੁੰਦੇ ਹਾਂ, ਆਪਣੀਆਂ ਆਸਾਂ ਅਰਦਾਸਾਂ ਬੇਨਤੀਆਂ ਕਰਦੇ ਹਾਂ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ, ਸਾਰੇ ਆਪੋ ਆਪਣੀਆਂ ਤੰਦਰੁਸਤੀ ਦੀਆਂ ਅਰਦਾਸਾਂ ਕਰਦੇ ਆ, ਤੇ ਸਰਬ ਸਾਂਝੀ ਵਾਲਤਾ ਦਾ ਬਾਣੀ ਜਿਹੜੀ ਉਪਦੇਸ਼ ਦਿੰਦੀ ਹੈ ਸਾਡੀ, ਤਾਂ ਉਹਨਾਂ ਦੇ ਅੰਗ ਲਲਕਾਰ ਕੇ ਗਲੀਆਂ 'ਚ ਖਿਲਾਰੇ ਜਾਣਾ, ਤੇ ਉੱਤੋਂ ਸਰਕਾਰਾਂ ਇਹ ਕਰਨ ਕਿ ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਅੱਜ ਤੱਕ ਵੀ ਕੁਝ ਨਾ ਹੋਣਾ, ਤਾਂ ਇਹ ਫਿਰ ਸਿੱਧਾ ਚੈਲੰਜ ਸੀ ਨਾ ਇਹਨਾਂ ਸਰਕਾਰਾਂ ਨੂੰ ਤੇ ਸਿਸਟਮ ਨੂੰ, ਜਿਹੜੇ ਜਿਨ੍ਹਾਂ ਦੀ ਗ੍ਰਿਫਤ 'ਚੋਂ ਬਾਹਰ ਰਹੇ ਆ। 8 ਸਾਲ ਦਾ ਸਮਾਂ ਭਗੌੜਾ ਰਿਹਾ, ਤੇ ਕੀ ਇਹਦੇ ਵਿੱਚ ਜਿਹੜੇ ਬੰਦਿਆਂ ਕੋਲੇ ਰਿਹਾ, ਜਿਨ੍ਹਾਂ ਨੇ ਪੁਸ਼ਤ ਪਨਾਹੀ ਕੀਤੀ, ਉਹਨਾਂ ਨੂੰ ਵੀ ਇੱਥੇ ਗ੍ਰਿਫਤਾਰ ਕਰਨਾ ਪਊਗਾ, ਉਹਨਾਂ ਦੀ ਵੀ ਪੁੱਛਗਿੱਛ ਕਰਨੀ ਪਊਗੀ, ਕਿਹੜੀ ਸ਼ਹਿ ਤੇ ਉਹਨਾਂ ਨੇ ਇਹਨਾਂ ਨੂੰ ਪਨਾਹ ਦਿੱਤੀ। ਸੁਖਰਾਜ ਜੀ, ਇਸ ਮੁੱਦੇ ਨੂੰ ਸੁਲਝਾਉਣ ਦੇ ਲਈ ਵਾਅਦੇ ਕਰਦੇ 2 ਸਰਕਾਰਾਂ, 3 ਮੁੱਖ ਮੰਤਰੀ ਭੁਗਤ ਚੁੱਕੇ ਆ, ਪੰਜਾਬ ਪੱਖੀ ਹੋਣ ਦੇ ਦਾਅਵੇ ਕਰਦੇ। ਮੌਜੂਦਾ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਪਹਿਲਿਆਂ ਦੇ ਮੁਕਾਬਲੇ? ਠੀਕ ਆ ਜੀ,
ਕਿਉਂਕਿ ਨਾ ਤਾਂ ਇਹ ਉਹਨਾਂ 'ਚ ਮਤਲਬ ਕਹੀਏ ਖੜੇ ਸੀਗੇ, ਪਰ ਅੱਜ ਦੇ ਟਾਈਮ ਜੋ ਹੋਇਆ ਇਸ ਤੋਂ ਅੱਗੇ ਕਾਰਵਾਈ ਕੀ ਹੁੰਦੀ ਆ ਉਹ ਮੈਨੇ ਰੱਖੂਗੀ, ਹੈ ਨਾ। ਅੱਜ ਗ੍ਰਿਫਤਾਰ ਹੋਏ ਆ, ਮੈਂ ਪਹਿਲਾਂ ਕਿਹਾ ਵੀ ਇਹ ਤੋਂ ਰਾਹ ਬਹੁਤ ਖੁੱਲ੍ਹਣੇ ਆ, ਉਹ ਰਾਹ ਵੱਲ ਜਾਇਆ ਜਾਂਦਾ ਜਾਂ ਨਹੀਂ ਜਾਇਆ ਜਾਂਦਾ ਇਹ ਬਾਅਦ ਦਾ ਵਿਸ਼ਾ, ਪਰ ਅੱਜ ਤੱਕ ਜੋ ਹੋਇਆ ਠੀਕ ਹੋਇਆ। ਠੀਕ ਹੈ, ਪਿੰਡ ਔਖਾ ਹੈ। ਮੈਂ ਇੱਥੇ ਗਰੇਵਾਲ ਸਾਹਿਬ ਨੂੰ ਜੋੜਨਾ ਚਾਹੂੰਗਾ। ਅਹਿਬਾਬ ਗਰੇਵਾਲ ਜੀ ਜਿਹੜੇ ਆਮ ਆਦਮੀ ਪਾਰਟੀ ਤੋਂ ਨੇ, ਸਰਕਾਰ ਤੋਂ ਆਪਣੀ ਗੱਲਬਾਤ ਸਾਡੇ ਤੱਕ ਪਹੁੰਚਾਉਣੇ। ਗਰੇਵਾਲ ਸਾਹਿਬ, ਜਿਵੇਂ ਸੁਖਰਾਜ ਜੀ ਨੇ ਕਿਹਾ ਨਾ, ਹੁਣ ਤੱਕ ਜੋ ਹੋਇਆ ਠੀਕ ਹੈ, ਪਰ ਇਸ ਤੋਂ ਅੱਗੇ ਵਧਣ ਦੀ ਲੋੜ ਆ। ਉਹ ਪਿੰਡ ਆ ਬਹੁਤ ਔਖਾ ਹੈ, ਤੇ ਉਹ ਰਾਹ ਜਿਹੜੇ ਉੱਧਰ ਨੂੰ ਜਾ ਰਹੇ ਹੈ, ਕਿ ਉਹਨਾਂ ਰਾਹਾਂ ਤੇ ਉਹਨਾਂ ਜਿਹੜੇ ਵੱਡੇ ਪਲੇਅਰ ਨੇ, ਜਿਹੜੇ ਪੰਜਾਬ ਦੇ ਅਮਨ ਨੂੰ ਲਾਂਬੂ ਲਾਉਣ ਦੀ ਜਿਨ੍ਹਾਂ ਨੇ ਕੋਸ਼ਿਸ਼ਾਂ ਕੀਤੀਆਂ, ਉੱਥੇ ਤੱਕ ਸਰਕਾਰ ਹੱਥ ਪਾਉਣ ਦਾ ਹੀਆ ਕਰੂਗੀ ਜਾਂ ਨਹੀਂ? ਨਵਜੋਤ ਜੀ ਬਿਲਕੁਲ ਕਰੂਗੀ। ਪਹਿਲੀ ਗੱਲ ਤਾਂ ਦੋ ਗੱਲਾਂ ਕਲੀਅਰ ਕਰਦਾ। ਦੇਖੋ, ਪਹਿਲਿਆਂ ਦੀ ਸਰਕਾਰਾਂ ਦੀ ਕਾਰਗੁਜ਼ਾਰੀ ਤੇ ਮੈਂ ਕੋਈ ਟਿੱਪਣੀ ਨਹੀਂ ਕਰੂੰਗਾ, ਸਭ ਨੂੰ ਪਤਾ ਕੀ ਹੋਇਆ ਕੀ ਨਹੀਂ ਹੋਇਆ। ਸਾਡਾ ਇੱਕ ਚੀਜ਼ ਮਨਸ਼ਾ ਪੱਕੀ ਸੀ ਕਿ ਇਹਨੂੰ ਇਹਦੀ ਲੌਜੀਕਲ ਕਨਕਲੂਜਨ ਨਾਲ ਲੈ ਕੇ ਜਾਇਆ ਜਾਵੇ। ਬੇਅਦਬੀਆਂ ਹੋਈਆਂ, ਗੋਲੀकांड ਹੋਏ, ਜਿਹੜੇ ਵਿਚਾਰੇ ਪ੍ਰੋਟੈਸਟ ਕਰ ਰਹੇ ਸੀ, ਸ਼ਹਾਦਤਾਂ ਦਿੱਤੀਆਂ ਗਈਆਂ, ਐਂਡ ਉਹਦੇ ਵਿੱਚ ਕਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਹੋਈਆਂ ਆਪਾਂ ਸਭ ਜਾਣਦੇ ਹਾਂ। ਸਾਡਾ ਜਿੱਦਣ ਦੇ ਅਸੀਂ ਆਏ ਆ, ਮਾਨ ਸਾਹਿਬ ਦੀ ਸਰਕਾਰ ਦਾ ਇੱਕ ਵਾਅਦਾ ਸੀਗਾ ਕਿ ਕੁਝ ਵੀ ਹੋ ਜਾਵੇ, ਭਾਵੇਂ ਕੋਈ ਕਿੰਨਾ ਮਰਜ਼ੀ ਪਾਵਰਫੁਲ ਹੋਵੇ, ਉਹਨੂੰ ਬਖਸ਼ਿਆ ਨਹੀਂ ਜਾਏਗਾ। ਜਿਵੇਂ ਸੁਖਰਾਜ ਜੀ ਨੇ ਕਿਹਾ, ਇਹ ਵਨ ਆਫ ਦ ਮੇਨ ਮਾਸਟਰਮਾਈਂਡ ਸੀ ਇਹ ਸਾਰੀਆਂ ਕਮੇਟੀਆਂ ਦਾ, ਨੈਸ਼ਨਲ ਕਮੇਟੀਆਂ ਦਾ ਮੈਂਬਰ ਵੀ ਹੈ ਬੰਦਾ ਇਹ। ਤੇ ਇਹਨੂੰ ਜੇ 8 ਸਾਲ, ਬਿਲਕੁਲ ਸਹੀ, ਜੇ 8 ਸਾਲ ਇਹ ਭੱਜਿਆ ਰਿਹਾ ਤੇ ਕਿਸੇ ਦਾ ਕੋਈ ਨੈਟਵਰਕ ਤਾਂ ਸੀ ਜਿਹੜਾ ਸਮਰਥਨ ਕਰ ਰਿਹਾ ਸੀ, ਕੋਈ ਤਾਂ ਉਹਨੂੰ ਸੁਰੱਖਿਅਨ ਦੇ ਰਿਹਾ ਸੀਗਾ। ਹੁਣ ਉਹ ਸਾਰਾ ਜਦੋਂ ਇਹਦੇ ਫੜਨ ਨਾਲ ਉਹ ਅਨਰੈਵਲ ਹੁੰਦਾ, ਤਾਂ ਇਸ ਸਾਜ਼ਿਸ਼ ਦੇ ਵਿੱਚ ਜਿਹੜੇ ਬੰਦੇ ਇਨਵੋਲਵ ਸੀਗੇ ਉਹਨਾਂ ਦਾ ਪਰਦਾਫਾਸ਼ ਹੋਇਆ, ਕਿਉਂਕਿ ਜਿਹੜੇ ਇਨਵੋਲਵ ਸੀ ਉਹਨਾਂ ਨੇ ਇਹਨਾਂ ਨੂੰ ਬਚਾਇਆ ਨਾ ਜੀ ਇੰਨਾ ਚਿਰ। ਹੁਣ ਇਹਦੇ ਚ ਭਾਵੇਂ ਉਹ ਕੋਈ ਪੋਲੀਟੀਕਲ ਕਿਸੇ ਦੀ ਸੰਰਕਸ਼ਣ ਰਿਹਾ ਹੋਵੇ, ਭਾਵੇਂ ਆਰਥਿਕ ਰਿਹਾ ਹੋਵੇ, ਜਿਹਦੀ ਵੀ ਸਪੋਰਟ ਜਾਂ ਸੰਰਕਸ਼ਣ ਸੀ, ਪਹਿਲੀ ਗੱਲ ਉਹ ਕਲੀਅਰ ਹੋਏਗਾ। ਦੂਜੀ ਗੱਲ, ਅਸੀਂ ਵਚਨਬੱਧ ਇਸ ਗੱਲ ਲਈ ਹਾਂ ਜੀ ਕਿ ਇਹ ਜਿਹੜੀਆਂ ਬੇਅਦਬੀਆਂ ਹੋਈਆਂ, ਜਿਸ ਤਰ੍ਹਾਂ ਦਾ ਘਟਨਾਕ੍ਰਮ ਪੰਜਾਬ 'ਚ ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਇੱਕ ਨੈਰੇਟਿਵ ਬਣਿਆ ਜੀ 2017 ਤੋਂ ਪਹਿਲਾਂ, ਇਲੈਕਸ਼ਨ ਤੋਂ ਪਹਿਲਾਂ, ਬੇਅਦਬੀਆਂ, ਬੰਬ ਬਲਾਸਟ, ਗੋਲੀकांड, ਨੈਰੇਟਿਵ ਚੇਂਜ ਕਰੋ, ਗੰਦੀ ਸਿਆਸਤ ਸੀ। ਉਹੀ ਨੈਰੇਟਿਵ ਐਤਕੀ 2022 ਚਲਾਉਣ ਦੀ ਕੋਸ਼ਿਸ਼ ਕੀਤੀ ਗਈ, ਪੰਜਾਬ ਦੇ ਲੋਕ ਸਿਆਣੇ ਸੀ, ਨਹੀਂ ਚੱਲਣ ਦਿੱਤਾ। ਉਹੀ ਨੈਰੇਟਿਵ ਦੁਬਾਰਾ ਰਿਪੀਟ ਕਰਨ ਦੀ ਕੋਸ਼ਿਸ਼ ਹੋਈ, ਜਿੱਥੇ ਕਿ ਇਹ ਮਾਹੌਲ ਹੈ ਜਿਹਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਖਰਾਬ ਕੀਤਾ ਜਾਏ ਪੰਜਾਬ ਦਾ ਮਾਹੌਲ, ਗੁਰੂ ਸਾਹਿਬ ਦੀ ਬੇਅਦਬੀ ਹੋਵੇ, ਕੋਈ ਬੇਗੁਨਾਹ ਮਰੇ। ਪਰ ਅਸੀਂ ਇਹ ਕਹਿੰਦੇ ਹਾਂ ਕਿ ਗੁਰੂ ਦੀ ਬਖਸ਼ਿਸ਼ ਨਾਲ, ਉਹਨਾਂ ਦੇ ਆਸ਼ੀਰਵਾਦ ਨਾਲ ਐਤਕੀ ਉਹ ਨਹੀਂ ਚੱਲਣ ਦਿੱਤਾ, ਕਿਉਂਕਿ ਸਰਕਾਰ ਦੀ ਮਨਸ਼ਾ ਨਹੀਂ ਸੀ, ਕਿਉਂਕਿ ਪੋਲੀਟੀਕਲ ਪੈਟਰਨੇਜ ਖਤਮ ਹੋ ਗਈ ਹੈ। ਐਂਡ ਭਾਵੇਂ ਕੋਈ ਕਿੰਨਾ ਮਰਜ਼ੀ ਵੱਡਾ ਹੋਵੇ, ਭਾਵੇਂ ਕਿਸੇ ਦੇ ਉੱਤੇ ਕਿਸੇ ਦਾ ਵੀ ਹੱਥ ਹੋਵੇ, ਅਸੀਂ ਵਚਨਬੱਧ ਹਾਂ ਕਿ ਇਸ ਚੀਜ਼ ਦੇ ਵਿੱਚ ਜਿਹੜਾ ਵੀ ਕੋਈ ਦੋਸ਼ੀ ਹੋਊਗਾ ਉਹਨੂੰ ਕਾਨੂੰਨ ਦੀ ਕਟਗਰੀ 'ਚ ਖੜਾ ਕਰਕੇ ਤੇ ਉਹਨੂੰ ਸਜ਼ਾ ਦਿਵਾਵਾਂਗੇ। ਐਂਡ ਇਹ ਅਸੀਂ ਇਸੇ ਲਈ ਜਿਹੜਾ 295AA ਦਾ ਅਸੀਂ ਸੈਂਟਰ ਨੂੰ ਇੱਕ ਦਿੱਤੀ ਸੀ ਐਪਲੀਕੇਸ਼ਨ ਕਿ ਅਸੀਂ ਇਹ ਕਰੈਕਟ ਕਰਕੇ ਭੇਜਤੀ ਹੈ, ਹੁਣ ਇਹਨੂੰ ਲਾਗੂ ਕੀਤਾ ਜਾਵੇ। ਅਸੀਂ ਅਪੀਲ ਕਰਦੇ ਹਾਂ ਕਿ ਕੇਂਦਰ ਸਰਕਾਰ ਵੀ ਬੇਅਦਬੀ ਦੇ ਜਿਹੜੇ ਜੁਰਮ ਨੇ ਉਹਨੂੰ ਸੀਰੀਅਸਲੀ ਲੈ ਕੇ 295AA ਦੇ ਵਿੱਚ ਜੋ ਅਸੀਂ ਚੇਂਜਸ ਡਿਮਾਂਡ ਕੀਤੀਆਂ ਨੇ ਉਹ ਕਰੀ, ਤਾਂ ਕਿ ਐਗਜ਼ੈਂਪਲਰੀ ਪਨਿਸ਼ਮੈਂਟ ਮਿਲ ਸਕੇ। ਇਸ ਲਈ ਅਸੀਂ ਵਚਨਬੱਧ ਹਾਂ। ਠੀਕ ਹੈ, ਮੈਂ ਚੰਨੀ ਸਾਹਿਬ ਤੋਂ ਇਸ ਗੱਲ ਦਾ ਜਵਾਬ ਜ਼ਰੂਰ ਚਾਹੂੰਗਾ, ਪਰ ਉਸ ਤੋਂ ਪਹਿਲਾਂ ਜਿਹੜੀ ਪਿਛਲੀ ਸਰਕਾਰ ਕਾਂਗਰਸ ਦੀ ਸੀ, ਜਿਨ੍ਹਾਂ ਨੇ ਆਪਣੇ 2 ਮੁੱਖ ਮੰਤਰੀ ਪੰਜਾਬ ਦੇ ਲੋਕਾਂ ਨੂੰ ਦਿੱਤੇ, ਪਰ ਇਨਸਾਫ ਵੱਲ ਔਰ ਇਸ ਮਸਲੇ ਦੇ ਹੱਲ ਵੱਲ ਕਦਮ ਨਹੀਂ ਵਧਾ ਸਕੇ, ਸੁਖਦੇਵ ਜੀ, ਕਾਰਨ ਕੀ ਰਿਹਾ? ਦੇਖੋ, ਗੱਲ ਇਹ ਹੈ ਨਵਜੋਤ ਜੀ, ਮੈਂ ਹੁਣ ਇੱਥੇ ਕਿਤੇ CBI ਦਾ ਹਵਾਲਾ ਦੇਵਾਂ, ਦੂਜਾ ਹਵਾਲਾ ਦੇਵਾਂ, ਇੱਕ SIT ਦਾ ਹਵਾਲਾ, ਦੂਜੀ ਦਾ ਦੇਵਾਂ, ਮੇਰੇ ਖਿਆਲ 'ਚ ਮੈਨੇ ਨਹੀਂ ਰੱਖਦੀਆਂ ਗੱਲਾਂ। ਜੋ ਮੈਂ ਸਮਝਦਾ ਵੀ ਦੇਖੋ, ਉਹ ਇਹ ਹੋਊਗਾ ਵੀ ਮੈਂ ਆਪਣੀ ਗੱਲ ਨੂੰ ਜਸਟੀਫਾਈ ਕਰ ਰਿਹਾ, ਆਪਦੀ ਪਾਰਟੀ ਦੀ ਗੱਲ ਨੂੰ ਜਸਟੀਫਾਈ, ਆਪਦੇ ਟਾਈਮ ਦੀ ਸਰਕਾਰ ਨੂੰ ਜਸਟੀਫਾਈ ਕਰ ਰਿਹਾ। ਪਰ ਦੇਖੋ, ਗੱਲ ਅਸਲ ਗੱਲ ਕੀ ਆ, ਅਸਲ ਮੁੱਦਾ ਕੀ ਹੈ? ਅਸਲ ਮੁੱਦਾ ਇਹ ਹੈਗਾ ਵੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਉਹ ਇੱਕ ਬਹੁਤ ਵੱਡਾ ਮਾਮਲਾ ਹੈ। ਉਹ ਨਾ ਤੱਕ ਰਾਜਨੀਤਿਕ ਹੈ, ਉਹ ਇੱਕ ਸਾਡੇ ਆਸਥਾ ਨਾਲ ਜੁੜਿਆ ਹੋਇਆ, ਜਿੰਨੇ 13-14 ਕਰੋੜ ਨਾਨਕ ਨਾਮ ਲੇਵਾ ਨੇ, ਉਹਨਾਂ ਦੀ ਆਸਥਾ ਨਾਲ ਜੁੜਿਆ ਹੋਇਆ ਮਾਮਲਾ ਹੈ। ਮੈਂ ਤਾਂ ਇੱਕ ਗੱਲ ਕਹਿਣਾ ਵੀ ਜੇ ਇਹ ਹੋਇਆ, ਔਰ ਉਹਦੇ ਵਿੱਚ ਇੱਕ ਗੱਲ ਮੈਨੂੰ ਸਭ ਤੋਂ ਵੱਡੀ ਗੱਲ ਮੈਂ ਕਹੂੰਗਾ ਵੀ ਜਿਹੜਾ ਇਹ ਬਰੇਟਾ ਫੜਿਆ ਗਿਆ, ਇਹ ਗੱਲ ਬਿਲਕੁਲ ਠੀਕ ਹੈ ਵੀ ਇਹ ਜਿਹੜਾ ਸੀਗਾ ਉਹਨਾਂ ਦੇ ਜਿਹੜੇ ਮੇਨ ਬੰਦਿਆਂ ਦੇ ਵਿੱਚੋਂ ਇੱਕ ਸੀ। ਇੱਥੇ ਬਹੁਤ ਸਾਰੀਆਂ ਪਰਤਾਂ ਨੇ ਖੁੱਲਣਾ, ਔਰ ਉਹ ਖੁੱਲਣੀਆਂ ਵੀ ਚਾਹੀਦੀਆਂ ਨੇ, ਕਿਉਂਕਿ ਜਿਹੜੀਆਂ ਪਰਤਾਂ ਹਜੇ ਤੱਕ ਬੰਦ ਨੇ, ਚਾਹੇ ਉਹ ਆਪਣਾ ਕੀ ਕਹਿੰਦੇ ਹੁੰਦੇ ਨੇ, ਸੌਦਾ ਸਾਧ ਨੂੰ ਆਪਣਾ ਵੀ ਆਪਣਾ ਪਰਮਾਰ ਸਾਹਿਬ ਦੀ SIT ਨੇ ਪੁੱਛਗਿੱਛ ਕੀਤੀ, ਪਰ ਉਹ ਚੋਂ ਹਜੇ ਬਹੁਤਾ ਕੁਝ ਖਾਸ ਨਿਕਲਿਆ ਨਹੀਂ, ਕਿਉਂਕਿ ਬਰੇਟੇ ਵਰਗੇ ਬੰਦੇ ਹੀ ਇਸ ਗੱਲ ਨੂੰ ਜਿਹੜਾ ਦੱਸਣਗੇ। ਮੈਂ ਤਾਂ ਇੱਕੋ ਹੀ ਗੱਲ ਕਹੂੰਗਾ ਵੀ ਭਾਈ, ਅਸੀਂ ਤਾਂ ਇਸ ਗੱਲ ਦੀ ਬਿਲਕੁਲ ਕਹਿੰਦੇ ਹੁੰਦੇ ਨੇ, ਇਸ ਗੱਲ ਦੀ ਸਪੋਰਟ ਕਰਦੇ ਹਾਂ ਵੀ ਹੁਣ ਦੀ ਜਿਹੜੀ ਮੌਜੂਦਾ ਸਰਕਾਰ ਹੈ
ਉਹ ਪਰਤਾਂ ਨੂੰ ਖੋਲੇ। ਔਰ ਮੈਂ ਇੱਕ ਗੱਲ ਦਾ ਬੜੀ ਸਾਡੀ ਪਾਰਟੀ ਵੱਲੋਂ ਇਹ ਵੀ ਕਹੂੰਗਾ, ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ, ਅਸੀਂ ਕੋਸ਼ਿਸ਼ ਕਿੰਨੇ ਕਾਮਯਾਬ ਹੋਏ ਨਹੀਂ ਕਾਮਯਾਬ ਹੋਏ ਉਹ ਸਮਾਂ ਦੱਸੂਗਾ। ਪਰ ਜੇ ਕਿਤੇ ਸਾਡੇ ਤੋਂ ਕੋਈ ਊਣ ਤਰ ਰਹੀ ਹੈ, ਸਾਡੇ ਤੋਂ ਕਿਤੇ ਕੁਤਾਹੀ ਹੋਈ ਹੈ, ਅਸੀਂ ਹੱਥ ਜੋੜ ਕੇ ਸੀਸ ਨਿਭਾ ਕੇ ਉਸ ਗੱਲ ਦੀ ਸਾਰੀ ਨਾਨਕ ਨਾਮ ਲੇਵਾ ਤੋਂ ਸੰਗਤ ਤੋਂ ਮਾਫੀ ਮੰਗਦੇ ਆ ਵੀ ਭਾਈ ਸਾਥੋਂ ਇਹ ਊਣਤਾਈਆਂ ਰਹਿ ਗਈਆਂ। ਕਿਉਂਕਿ ਹੁਣ ਅਸੀਂ ਇੱਥੇ ਬੈਠ ਕੇ ਕਿਸੇ ਤੇ ਕਿੰਤੂ ਪਰੰਤੂ ਕਰੀਏ, ਜਦੋਂ ਤੱਕ ਇਹ ਕਿਤੇ ਕਨਕਲੂਜਨ ਤੇ ਨਹੀਂ ਕਿਸੇ ਕੇਸ ਪਹੁੰਚਦਾ, ਮੇਰੇ ਖਿਆਲ ਦੇ ਵਿੱਚ ਸਾਨੂੰ ਇਹ ਤੇ ਬਹੁਤਾ ਕਿੰਤੂ ਪਰੰਤੂ ਕਰਨਾ ਨਹੀਂ ਚਾਹੀਦਾ। ਜਿਵੇਂ ਗਰੇਵਾਲ ਸਾਹਿਬ ਨੇ ਕਿਹਾ ਵੀ ਹੁਣ ਪੋਲੀਟੀਕਲ ਪੈਟਰਨਾਈਜ਼ ਨਹੀਂ ਕੀਤਾ ਗਿਆ ਤੇ ਪਹਿਲਾਂ ਹੁੰਦਾ ਰਿਹਾ, ਪੈਟਰਨਾਈਜੇਸ਼ਨ ਹੁੰਦੀ ਰਹੀ ਇਹਨਾਂ ਨੂੰ ਕੋਈ ਨਾ ਕੋਈ ਬਚਾਉਂਦਾ ਰਿਹਾ। ਵਾਕਿਆ ਹੀ ਇਹ ਗੱਲ ਦਰੁਸਤ ਹੈ, ਇਸੇ ਕਰਕੇ ਇਹ ਕਾਨੂੰਨ ਦੇ ਹੱਥਾਂ ਤੋਂ ਬਾਹਰ ਹੋ ਗਏ ਸੀਗੇ। ਨਵਜੋਤ ਜੀ, ਗੱਲ ਇਹ ਹੈ ਕਾਨੂੰਨ ਦੇ ਹੱਥਾਂ ਤੋਂ ਬਾਹਰ ਕੋਈ ਵੀ ਨਹੀਂ ਹੋਇਆ। ਜੋ ਹਰ ਇੱਕ ਬੰਦੇ ਨੇ ਆਪਣੇ ਸਮੇਂ ਦੇ ਪੂਰੀ ਕੋਸ਼ਿਸ਼ ਕੀਤੀ ਹੈ, ਇਹ ਹੁਣ ਸਮੇਂ ਦੇ ਗਰਭ ਦੇ ਵਿੱਚ ਹੈ ਔਰ ਇਹਨਾਂ ਇਨਕੁਆਇਰੀਆਂ ਦੇ ਵਿੱਚ ਹੈ ਵੀ ਕਿਹਨੇ ਇਹਨਾਂ ਨੂੰ ਪੈਟਰੋਨਾਈਜ਼ ਕੀਤਾ, ਕਿਹੜਾ ਇਹਨਾਂ ਨੂੰ ਸ਼ਹਿ ਦਿੰਦਾ ਸੀ ਔਰ ਕਿਹਦਾ ਇਹਦੇ ਵਿੱਚ ਰੋਲ ਸੀ। ਇਹ ਤਾਂ ਹੁਣ ਸਾਰਾ ਕੁਝ ਆਪਣੇ ਹੁਣ ਬਰੇਟਾ ਫੜੇਗਾ, ਇੱਕ ਦੋ ਮੈਂਬਰ ਇਹਨਾਂ ਦੇ ਹੋਰ ਨੇ ਜਿਹੜੇ ਭਗੌੜੇ ਨੇ ਉਹ ਵੀ ਫੜੇ ਜਾਣੇ ਨੇ, ਕਿਉਂਕਿ ਜੇ ਫੜਿਆ ਗਿਆ ਹੁਣ ਇਹ ਜਿਹੜੀ ਇੱਕ ਰਾਹ ਲੱਭ ਗਿਆ, ਉਹ ਇਹ ਫੜੇ ਸਾਰਿਆਂ ਨੇ ਜਾਣਾ। ਔਰ ਜਦੋਂ ਇਹ ਫੜੇ ਜਾਣਾ, ਜਦੋਂ ਇਹ ਤਫਤੀਸ਼ ਨੇ ਕੰਪਲੀਟ ਹੋਣਾ, ਸਾਰਾ ਕੁਝ ਸਾਹਮਣੇ ਆਉਣਾ। ਕੁਝ ਚੀਜ਼ਾਂ ਸਾਨੂੰ ਇੱਥੇ ਅਸੀਂ ਹੁਣ ਪਹਿਲਾਂ ਹੀ ਅਜ਼ਿਊਮ ਕਰ ਲਈਏ, ਉਹ ਨਹੀਂ ਕਰਨੀਆਂ ਚਾਹੀਦੀਆਂ। ਮੇਰੀ ਤਾਂ ਪਹਿਲਾਂ ਹੀ ਇੱਕ ਬੇਨਤੀ ਹੈ ਵੀ ਅਸੀਂ ਅਜ਼ਿਊਮ ਕਰਕੇ ਪਹਿਲਾਂ ਹੀ ਗੱਲਾਂ ਨੂੰ ਬੜਾ ਲੰਬਾ ਕਰ ਲਿਆ। ਜੋ ਇਹ ਜਿੱਧਰ ਨੂੰ ਪੈੜ ਜਾਂਦੀ ਹੈ ਕਿ ਨਹੀਂ ਜਾਂਦੀ, ਜਿਹਦੇ ਵੀ ਜਾਂਦੀ ਹੈ, ਜਦੋਂ ਇਹ ਗੱਲਾਂ ਪਰਤਾਂ ਖੁੱਲਣਗੀਆਂ ਆਪਣੇ ਸਾਰਾ ਕੁਝ ਸਾਹਮਣੇ ਆ ਜਾਣਾ ਤੇ ਸਮੇਂ ਨੇ ਸਾਰਾ ਕੁਝ ਜਿਹੜਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦੇਣਾ। ਠੀਕ ਹੈ ਚੰਨੀ ਸਾਹਿਬ, ਵੈਸੇ ਤਾਂ ਮੈਂ ਇਸ ਵਿਸ਼ੇ ਦੇ ਉੱਤੇ ਵੱਖਰੇ ਤੌਰ ਤੇ ਇੱਕ ਚਰਚਾ ਰੱਖਣੀ ਚਾਹੁੰਦਾ ਕਿ ਜਿਹੜੇ ਇੱਥੋਂ ਜਿਹੜਾ ਬਿੱਲ ਬਣਾ ਕੇ ਭੇਜਿਆ ਗਿਆ, ਕੇਂਦਰ ਕੋਲੇ ਭੇਜਿਆ ਗਿਆ, ਮੇਰੇ ਖਿਆਲ ਨਾਲ ਜੇ ਮੈਂ ਗਲਤ ਨਾ ਹੋਵਾਂ ਸ਼ਾਇਦ ਰਾਸ਼ਟਰਪਤੀ ਹੋਰਾਂ ਕੋਲੇ ਭੇਜਿਆ ਗਿਆ ਕਿ ਜਿਹੜੇ ਬੇਅਦਬੀ ਦੇ ਕੇਸ ਉਹਨਾਂ ਨੂੰ ਰੋਕਣ ਦੇ ਲਈ ਸਖਤ ਸਜ਼ਾਵਾਂ ਦੇ ਤਹਿਤ ਜਿਹੜੀ ਧਾਰਾਵਾਂ ਜੁੜੀਆਂ ਗਈਆਂ ਨੇ। ਕੇਂਦਰ ਅਵੇਸਲਾਪਣ ਕਿਉਂ ਦਿਖਾ ਰਹੀ ਹੈ ਉਹਦੇ ਵਿੱਚ? ਪਹਿਲਾਂ ਤਾਂ ਖਾਲੀ ਉਹਦੇ ਵਿੱਚ ਜਿਹੜੇ ਸਿੱਖ ਗੁਰੂ ਘਰਾਂ ਦੀ ਮਾਨ ਮਰਿਆਦਾ ਦੀ ਬੇਅਦਬੀ ਦੀ ਗੱਲ ਸੀ, ਉਹ ਬਾਅਦ ਦੇ ਵਿੱਚ ਉਹਦੇ ਵਿੱਚ ਅਮੈਂਡਮੈਂਟ ਕਰਕੇ ਸਾਰੇ ਧਰਮਾਂ ਨੂੰ ਜੋੜਿਆ ਗਿਆ। ਕਿਉਂ ਨਹੀਂ ਉਹਦੇ ਉੱਤੇ ਸਹੀ ਪਾਈ ਜਾਂਦੀ ਤਾਂ ਜੋ ਕਿ ਇਹ ਬੇਅਦਬੀ ਦੀਆਂ ਘਟਨਾ ਰੁਕ ਜਾਣ? ਬਿਲਕੁਲ ਇਹ ਕਾਨੂੰਨ ਜਿਹੜਾ ਜ਼ਰੂਰੀ ਹੈ ਤੇ ਅਸੀਂ ਪੰਜਾਬ ਭਾਜਪਾ ਵੱਲੋਂ ਸਰਕਾਰ ਨੂੰ ਮਿਲ ਕੇ ਬੇਨਤੀ ਕਰਾਂਗੇ ਕਿ ਇਹ ਕਾਨੂੰਨ ਨੂੰ ਜਲਦੀ ਤੋਂ ਜਲਦੀ ਪਾਸ ਕਰਾਇਆ ਜਾਵੇ। ਜੇ ਕੋਈ ਰਾਸ਼ਟਰਪਤੀ ਨੂੰ ਇਹਦੇ ਵਿੱਚ ਕੋਈ ਸੋਧ ਕਰਾਉਣੀ ਜਾਂ ਕੋਈ ਕਮੀ ਪੇਸ਼ੀ ਲੱਗਦੀ ਹੈ, ਉਹ ਦੇ ਕੇ ਉਹ ਪੰਜਾਬ ਸਰਕਾਰ ਤੋਂ ਕਰਾ ਕੇ ਇਹ ਕਾਨੂੰਨ ਨੂੰ ਅਸੀਂ ਜ਼ਰੂਰ ਆਪਣੀ ਪੂਰੀ ਜ਼ੋਰ ਲਾਵਾਂਗੇ, ਕਾਨੂੰਨ ਪਾਸ ਕੀਤਾ ਜਾਵੇ। ਇਹ ਬਹੁਤ ਜ਼ਰੂਰੀ ਹੈ। ਦੂਜੀ ਗੱਲ, ਮੈਂ ਇੱਥੇ ਅੱਜ ਸਾਧ ਸੁਖਰਾਜ ਜੀ ਜਿਹੜੇ ਕਿ ਜਿਨ੍ਹਾਂ ਨੇ 8 ਸਾਲ ਤੋਂ ਇਹ ਧਰਨੇ ਲਾ ਰਹੇ ਤੇ ਇਨਸਾਫ ਦੀ ਮੰਗ ਕਰ ਰਹੇ ਨੇ, ਇਹਨਾਂ ਦੇ ਪਿਤਾ ਜੀ ਵੀ ਇਸ ਜਹਾਨ ਤੋਂ ਇਸ ਚੱਕਰ 'ਚ ਇਸ ਘਟਨਾਕ੍ਰਮ 'ਚ ਗਏ। ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਉਹ ਬੜੇ ਠਰਮੇ ਤੇ ਸੰਜਮ ਨਾਲ ਆਪਣੀ ਗੱਲ ਰੱਖ ਰਹੇ ਨੇ। ਇਸ ਡਿਬੇਟ ਤੋਂ ਪਹਿਲਾਂ ਹੀ ਮੈਂ ਉਹਨਾਂ ਦੀ ਬਾਈਟ ਸੁਣੀ ਸੀ, ਉੱਥੇ ਵੀ ਉਹਨਾਂ ਨੇ ਬਹੁਤ ਸੰਜਮ ਨਾਲ ਗੱਲਬਾਤ ਕੀਤੀ। ਮੈਂ ਸਮਝਦਾ ਕਿ ਸਾਰੇ ਲੋਕ ਜੇ ਇਸੇ ਤਰ੍ਹਾਂ ਸੰਜਮ ਨਾਲ ਇਸ ਮਸਲੇ ਤੇ ਗੱਲਬਾਤ ਕਰਨਗੇ ਤਾਂ ਮਸਲਾ ਜਲਦੀ ਹੱਲ ਹੋ ਜਾਏਗਾ। ਤੇ ਰਹਿੰਦੀ ਗੱਲ ਜਿਹੜੀ ਅੱਜ ਇਹ ਕਲਪਰੇਟ ਬੈਂਗਲੁਰੂ ਹਵਾਈ ਅੱਡੇ ਤੇ ਫੜਿਆ ਗਿਆ ਤੇ ਇਹਦੇ ਨਾਲ 2 ਬੰਦੇ ਹੋਰ, ਇੱਕ ਕਲੇਰ ਤੇ ਧੂਰੀ, 2 ਬੰਦੇ ਹੋਰ ਜਿਹੜੇ ਭਗੌੜੇ ਨੇ, ਮੈਂ ਉਮੀਦ ਕਰਦਾ ਕਿ ਪੰਜਾਬ ਪੁਲਿਸ ਬਰੇਟਾ ਨੂੰ ਲਿਆ ਕੇ ਜਲਦੀ ਹੀ ਉਹ ਦੋਨੇ ਵਿਅਕਤੀਆਂ ਨੂੰ, ਚਾਹੇ ਧੂਰੀ ਹੈ ਚਾਹੇ ਕਲੇਰ ਹੈ, ਦੋਨਾਂ ਨੂੰ ਫੜ ਕੇ ਇਹ ਮਸਲੇ ਦੀ ਤਹਿ ਤੱਕ ਪਹੁੰਚੇਗੀ ਸਰਕਾਰ ਕਿ ਇਹਨਾਂ ਦੇ ਪਿੱਛੇ ਕੌਣ ਹੈ, ਕਿਹੜੀ ਸਾਜ਼ਿਸ਼ ਹੈ ਜਿਹੜੀ ਪੰਜਾਬ ਦੇ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੀ ਹੈ। ਇਹ 'ਚ ਵਿਦੇਸ਼ੀ ਤਾਕਤਾਂ ਨੇ ਜਾਂ ਕੋਈ ਹਿੰਦੁਸਤਾਨੀ ਤਾਕਤਾਂ ਨੇ, ਜਿਹੜੀ ਵੀ ਤਾਕਤਾਂ ਨੂੰ ਅੱਗੇ ਲਿਆ ਕੇ ਉਹਨਾਂ ਦੇ ਵੀ ਉਨੀ ਹੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਦੇ ਵਿੱਚ ਮੈਂ ਚੰਨੀ ਸਾਹਿਬ ਇਹ ਵੀ ਗੱਲ ਪੁੱਛਣੀ ਚਾਹੂੰਗਾ ਕਿ ਇਸ ਮਸਲੇ ਦੇ ਉੱਤੇ ਪੰਜਾਬ ਦੇ ਵਿੱਚ ਪਿਛਲੇ 10 ਸਾਲ ਤੋਂ ਰਾਜਨੀਤੀ ਨਾ ਹੁੰਦੀ ਜਾਂ 2 ਵਾਰ ਦੀਆਂ ਚੋਣਾਂ ਇਸ ਮਸਲੇ ਦੇ ਉੱਤੇ ਨਾ ਹੁੰਦੀਆਂ, ਜੇਕਰ ਸਮੇਂ ਦੀ ਉਸ ਵੇਲੇ ਦੀ ਮੌਜੂਦਾ ਧਿਰਾਂ ਜਿਹੜੀਆਂ ਨੇ ਅਕਾਲੀ ਬੀਜੇਪੀ ਗੱਠਜੋੜ ਵਾਲੀ ਸਰਕਾਰ ਇਸ ਨੂੰ ਹੱਲ ਕਰ ਲੈਂਦੀ। 2 ਸਾਲ ਦਾ ਸਮਾਂ ਸੀ, ਜੇ ਸਮਾਂ ਰਹਿੰਦਿਆਂ ਕੀਤਾ ਜਾਂਦਾ ਅੱਜ ਸਾਨੂੰ ਇਹ ਚਰਚਾ ਨਾ ਕਰਨੀ ਪੈਂਦੀ। ਦੇਖੋ, ਬਿਲਕੁਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਜੇ ਉਸ ਵੇਲੇ ਹੀ ਇਹ ਹੱਲ ਹੋ ਜਾਣੀ ਚਾਹੀਦੀ ਸੀ, ਪਰ ਉਹ ਹਾਲਾਤ ਕੀ ਸੀ, ਜਿਹੜੀ ਬੀਜੇਪੀ ਸੀ ਉਸ 'ਚ ਇੱਕ ਬਹੁਤ ਛੋਟਾ ਜਿਹਾ ਹਿੱਸਾ ਸੀ
ਹੋਮ ਮਿਨਿਸਟਰੀ ਨਾਲ ਬੀਜੇਪੀ ਦਾ ਕੋਈ ਲਿੰਕ ਨਹੀਂ ਸੀ। ਸਰਕਾਰ ਅਕਾਲੀ ਦਲ ਦੇ ਹੱਥਾਂ ਵਿੱਚ ਚੱਲਦੀ ਸੀ। ਇਸ ਲਈ ਜੋ ਹੋਇਆ ਉਹਨੂੰ ਭੁੱਲ ਕੇ ਹੁਣ ਜਿਹੜੀ ਅੱਜ ਦੀ ਡੇਟ ਹੈ, ਇਸ ਲਈ ਅਸੀਂ ਸਾਰੇ ਇਹਨਾਂ ਦੇ ਨਾਲ ਸਰਕਾਰ ਨੂੰ ਸਹਿਯੋਗ ਦੇਣ ਲਈ ਤਿਆਰ ਹਾਂ। ਇਹ ਮਸਲਾ ਹੱਲ ਹੋ ਕੇ ਜਿਹੜੇ ਵੀ ਲੋਕ ਇਹਦੇ ਵਿੱਚ ਜ਼ਿੰਮੇਵਾਰ ਨੇ, ਜਿਹੜੇ ਸਾਜ਼ਿਸ਼ਕਰਤਾ ਨੇ, ਜਿਹੜੇ ਇਹਨਾਂ ਦੇ ਪਿੱਠ ਦੇ ਖੜੇ ਹੋਏ ਨੇ, ਉਹ ਸਾਰਿਆਂ ਨੂੰ ਸਾਹਮਣੇ ਲਿਆ ਕੇ ਉਹਨਾਂ ਨੂੰ ਸਜ਼ਾਵਾਂ ਦਿੱਤੀਆਂ ਜਾਣ, ਤਾਂ ਜੋ ਅੱਗੇ ਤੋਂ ਇਹੀ ਕੋਈ ਕਾਰੀ ਹੌਸਲਾ ਨਾ ਕਰੇ। ਠੀਕ ਹੈ ਸੁਖਰਾਜ ਜੀ, ਹੁਣ ਤੱਕ 2015 ਤੋਂ ਬਾਅਦ ਦੀਆਂ ਤਕਰੀਰਾਂ ਜਿਹੜੀਆਂ ਮੈਂ ਸੁਣੀਆਂ ਕਿ ਅਸੀਂ ਬਹੁਤ ਜਲਦੀ ਇਨਸਾਫ ਦਿਵਾਵਾਂਗੇ, ਦੋਸ਼ੀਆਂ ਤੱਕ ਪਹੁੰਚਾਵਾਂਗੇ, ਇਹਨਾਂ ਨੂੰ ਫਾਹੇ ਲਾਵਾਂਗੇ, ਇਹਨਾਂ ਨੂੰ ਅੰਦਰ ਡੱਕਾਂਗੇ, ਤਰ੍ਹਾਂ ਦੇ ਲੀਡਰਾਂ ਦੇ ਮੁਖਾਰਬਿਨ 'ਚੋਂ ਨਿਕਲੇ ਲਫ਼ਜ਼ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ। ਪਰ ਉਸ ਤੋਂ ਬਾਅਦ ਹੁਣ ਤੱਕ ਸਮਾਂ ਬਹੁਤ ਲੰਬਾ ਬੀਤ ਗਿਆ ਔਰ ਤਕਰੀਬਨ 8 ਸਾਲ ਜਿਹੜੇ ਹੈ ਇਸ ਮੁੱਦੇ ਦੇ ਉੱਤੇ ਬੀਤ ਗਏ ਆ। 8 ਸਾਲ ਮੁੱਖ ਬੰਦੇ ਤੱਕ ਹਾਲੇ ਤੱਕ ਅਸੀਂ ਪਹੁੰਚ ਨਹੀਂ ਸਕੇ, ਜਿਹੜਾ ਸਭ ਤੋਂ ਵੱਡਾ ਸੁਪਰ ਮਾਸਟਰਮਾਈਂਡ ਜਿਹਨੂੰ ਅਸੀਂ ਕਹੀਏ। ਇਹ ਤਾਂ ਮਾਸਟਰਮਾਈਂਡ ਹੋ ਗਏ, ਪਰ ਇਹਨਾਂ ਨੂੰ ਕਿਸੇ ਨੇ ਗਾਈਡ ਤਾਂ ਕੀਤਾ ਹੋਏਗਾ ਕਿ ਤੁਸੀਂ ਇਦਾਂ ਕਰੋ, ਤੇ ਇਹਦਾ ਜਿਹੜਾ ਲਾਹਾ ਕਿਸੇ ਨੇ ਲੈਣਾ ਸੀ, ਪੋਲੀਟੀਕਲ ਕੋਈ ਬੈਨੀਫਿਟ ਲੈਣਾ ਸੀ, ਉੱਥੇ ਪਹੁੰਚਣ ਤੋਂ ਸਿਆਸੀ ਲੋਕ ਡਰਦੇ ਜਾਂ ਘਬਰਾਉਂਦੇ ਨੇ। ਬਿਲਕੁਲ ਜੀ, ਦੇਖੋ ਇਹਦੇ 'ਚ ਕੋਈ ਦੋ ਰਾਹਾਂ ਨਹੀਂ ਆ। 2007 ਤੋਂ ਜੇ ਆਪਾਂ ਗੱਲ ਕਰੀਏ ਕਿ ਜੇ ਇਸ ਮਸਲੇ ਨੂੰ ਜਾਂ ਇਸ ਕ੍ਰਿਮੀਨਲ ਨੂੰ, ਇਸ ਬਲਾਤਕਾਰੀ ਨੂੰ 7 ਦੇ ਵਿੱਚੋਂ ਹੀ ਪੰਜਾਬ ਦੇ ਵਿੱਚੋਂ ਆਉਣਾ ਬੰਦ ਕੀਤਾ ਹੁੰਦਾ ਤਾਂ 2015 ਦਾ ਕਾਂਡ ਨਾ ਵਾਪਰਦਾ। ਦੂਸਰੀ ਗੱਲ, ਕੇਂਦਰ ਵਾਲੇ ਭਾਈ ਸਾਹਿਬ ਹੁਣੇ ਦੱਸ ਰਹੇ ਸੀ, ਮੈਂ ਇਹਨਾਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ ਜਿਹੜਾ ਕਾਨੂੰਨ ਆ ਉਹ ਇਸ ਟਾਈਮ ਕੇਂਦਰ ਦੇ ਟੇਬਲ ਤੇ ਪਿਆ ਜੀ, ਇਹਨਾਂ ਦੇ ਹੱਥਾਂ 'ਚ ਆ। ਸੋ ਇਹ ਵੀ ਕਰ ਸਕਦੇ ਆ, ਇਹ ਵੀ ਜਿਹੜਾ ਜਿੰਨਾ ਕੁ ਯੋਗਦਾਨ ਪਾ ਸਕਦੇ ਆ ਪਾਉਣ, ਮੈਂ ਕਹਾਂਗਾ ਕਰਨ। ਹਰ ਇੱਕ ਮਸਲੇ ਨੂੰ ਆਪਾਂ ਪੋਲੀਟੀਕਲੀ ਨਾ ਦੇਖਿਆ ਕਰੀਏ, ਕਿਉਂਕਿ ਇਹ ਮਸਲਾ ਜਾਂ ਇਹ ਮੁੱਦਾ ਇੱਕ ਪੋਲੀਟੀਕਲੀ ਨਹੀਂ ਹੈ, ਸਾਡੀ ਆਸਥਾ ਨਾਲ ਜੁੜਿਆ ਹੋਇਆ, ਸਾਡੀ ਕੋਈ ਰਾਜਨੀਤੀ ਨਹੀਂ ਇਹਦੇ 'ਚੋਂ। ਲੋਕ ਬਹੁਤ ਕਹਿ ਦਿੰਦੇ ਆ ਕਿ ਇਹ ਮੋਰਚੇ ਲਾ ਕੇ ਇਦਾਂ ਕਰਕੇ ਰਾਜਨੀਤੀ ਕਰਦੇ ਆ। ਕੋਈ ਬਾਪ ਮਰਵਾ ਕੇ ਰਾਜਨੀਤੀ ਨਹੀਂ ਕਰਦਾ ਹੁੰਦਾ, ਕੋਈ ਚਾਹੁੰਦਾ ਨਹੀਂ ਹੁੰਦਾ ਕਿਸੇ ਦਾ ਬਾਪ ਮਰੇ। ਤੇ ਇੱਥੇ ਤਾਂ ਸਾਡੇ ਮਨੁੱਖਤਾ ਦੇ ਬਾਪ ਦੀ ਬੇਅਦਬੀ ਹੋ ਗਈ ਆ, ਸਾਡੇ ਇਸ਼ਟ ਦੀ, ਸਾਡੇ ਗੁਰੂ ਦੀ ਬੇਅਦਬੀ ਹੋ ਗਈ ਆ, ਤੇ ਅਸੀਂ ਸੜਕਾਂ ਤੇ ਆ ਕੇ ਰੋ ਵੀ ਨਹੀਂ ਸਕਦੇ। ਸਾਨੂੰ ਰੋਂਦਿਆਂ ਨੂੰ ਵੀ ਗੋਲੀਆਂ ਮਾਰੀਆਂ ਗਈਆਂ। ਸੋ ਅਸੀਂ ਅੱਜ ਉਹ ਵੱਜੀਆਂ ਹੋਈਆਂ, ਪਹਿਲਾਂ ਤਾਂ ਪਾਟੇ ਹੋਏ ਅੰਗਾਂ ਦੇ ਲਈ ਲੜ ਰਹੇ ਸੀ, ਅੱਜ ਅਸੀਂ ਉਹ ਪਾਟੇ ਹੋਏ ਅੰਗਾਂ ਦੇ ਨਾਲ ਆਪਦੇ ਘਰੋਂ ਗਏ ਹੋਏ ਬਾਪ ਦੇ ਲਈ ਵੀ ਲੜ ਰਹੇ ਹਾਂ। ਸੋ ਇਹ ਕੋਈ ਪੋਲੀਟੀਕਲੀ ਮੁੱਦਾ ਨਹੀਂ ਹੈ। ਅਸੀਂ ਇਹ ਚਾਹੁੰਦੇ ਹਾਂ ਕਿ ਜੋ ਬੇਅਦਬੀ ਦਾ ਅੱਜ ਬੰਦਾ ਇੱਕ ਫੜਿਆ ਗਿਆ, ਇਹਦੇ ਨਾਲ ਅੱਗੇ ਬਹੁਤ ਤਾਰਾਂ ਜੁੜੀਆਂ, ਜਿਹੜੇ ਇਹਨਾਂ ਦੀ ਟੀਮ ਆ ਉਹਨਾਂ ਨੂੰ ਵੀ ਸਕੰਜੇ 'ਚ ਲਿਆਂਦਾ ਜਾਵੇ। ਜਿਹੜਾ ਮੇਨ ਕਰਤਾ ਧਰਤਾ ਸਨਾਰੀਆ ਜੇਲ੍ਹ ਦੇ ਵਿੱਚ ਬੰਦ ਆ, ਜਿਹੜੇ ਬੰਦੇ ਨੇ ਪੰਜਾਬ ਦੇ ਵਿੱਚ ਬਠਿੰਡੇ ਦੇ ਲਾਗੇ ਮੌੜ ਪਿੰਡ ਆ, ਜਿੱਥੇ ਇੱਕ ਛੋਟੇ ਬੱਚਿਆਂ ਦੀ ਵੈਨ ਦੇ ਵਿੱਚ ਬੰਬ ਆ, ਜਿਹੜਾ ਉੱਥੇ ਮੌੜ ਬੰਬ ਧਮਾਕਾ ਹੋਇਆ ਸੀ, ਉਹਨਾਂ ਦੇ ਘਰਾਂ ਦੇ ਚਿਰਾਗ ਬੁਝਾਏ ਆ। ਤਾਂ ਹੋਰ ਵੀ ਬਹੁਤ ਤਰ੍ਹਾਂ ਦੇ ਉਹਨੇ ਕ੍ਰਿਟੀਸਾਈਜ਼ ਕ੍ਰਿਮੀਨਲ ਟਾਈਪ ਦੇ ਕੰਮ ਕੀਤੇ ਆ, ਜਿਨ੍ਹਾਂ ਤੇ ਉਹਨੂੰ ਬਹੁਤ ਵੱਡੀ ਸਜ਼ਾ ਬਣਦੀ ਆ। ਸੋ ਕੱਲਾ ਸੰਦੀਪ ਬਰੇਟਾ ਫੜਨ ਦੇ ਨਾਲ, ਮੈਂ ਕਹਾਂਗਾ ਇਹਨੂੰ ਜੇਲ੍ਹ 'ਚ ਬੰਦ ਕਰਨ ਨਾਲ ਨਹੀਂ ਆ, ਇਹਦੇ ਨਾਲ ਜੋ ਵੀ ਅੱਗੇ ਤਾਰਾਂ ਜੁੜੀਆਂ। ਜੇ ਇੱਕ ਅੰਮ੍ਰਿਤਪਾਲ 1 ਮਹੀਨਾ ਪੰਜਾਬ ਦੇ ਵਿੱਚ ਰਹਿੰਦਾ ਹੈ, ਤਾਂ ਜਿਹੜੇ ਬੰਦੇ ਨੇ ਉਹਨੂੰ ਪਨਾਹ ਦਿੱਤੀ ਆ, 30 ਤੋਂ 35 ਜਾਂ 25 ਜਿੰਨੇ ਵੀ ਲਾਏ ਆ, ਉਹਨਾਂ ਦੀ ਪੁੱਛਗਿੱਛ ਹੋ ਸਕਦੀ ਆ, ਉਹਨਾਂ ਦੇ ਮਤਲਬ ਬੈਕਗ੍ਰਾਉਂਡ ਚੈੱਕ ਕੀਤੇ ਜਾ ਸਕਦੇ ਆ। ਤਾਂ ਇੱਥੇ ਤਾਂ ਸਾਡੀ ਇਸ਼ਟ ਦੀ ਬੇਅਦਬੀ ਕਰਨ ਵਾਲਾ ਬੰਦਾ 8 ਸਾਲ ਭਗੌੜਾ ਰਿਹਾ। ਤਾਂ ਉਹਨਾਂ ਦੇ ਪੁਸ਼ਤ ਪਨਾਹੀ ਕਰਨ ਵਾਲੇ ਕਿਹੜੇ ਲੀਡਰ ਸੀ, ਕਿਹੜੇ ਆਫੀਸਰ ਸੀ, ਕਿਹੜੇ ਉਹ ਬੰਦੇ ਸੀਗੇ ਜਿਨ੍ਹਾਂ ਨੇ ਉਹਨੂੰ 8 ਸਾਲ ਮਤਲਬ ਆਪਦੀ ਛਤਰਛਾਇਆ ਹੇਠ ਰੱਖਿਆ। ਤੇ ਅੱਜ ਵੀ ਆਪਦੀ ਛਤਰਛਾਇਆ ਹੇਠ ਹੀ ਬਾਹਰ ਭੇਜਣ ਦੀ ਜਿਹੜੀ ਫਰਾਕ ਸੀ, ਜਾਂ ਜਿਹੜੇ ਦੂਜੇ ਰਹਿੰਦੇ ਆ ਉਹ ਕੀ ਪਤਾ ਬਾਹਰ ਭੇਜੇ ਗਏ ਹੋਣ। ਸੋ ਇੱਕ ਚੈਲੰਜ ਆ ਸਿਸਟਮ ਨੂੰ ਜਿੱਥੋਂ ਸਰਕਾਰਾਂ ਬਣਦੀਆਂ। ਠੀਕ ਹੈ, ਜੇ ਅਸੀਂ ਕਹਿੰਦੇ ਆ ਕਿ ਕ੍ਰਿਮੀਨਲ ਮਤਲਬ ਫੜ ਲੈਂਦੇ ਆ ਜਾਂ ਕਰ ਲੈਂਦੇ ਆ, ਫਿਰ 8 ਸਾਲ ਬਾਅਦ ਇੱਥੇ ਇੱਕ ਕਤਲ ਹੋ ਜਾਏ, ਮੈਂ ਅੱਗੇ ਵੀ ਕਹਿਣਾ ਹੁੰਦਾ, ਆਪਣੀ ਅੱਗੇ ਵੀ ਗੱਲ ਬਹੁਤ ਵਾਰੀ ਹੋਈ ਆ, ਜੇ ਘਰੇਲੂ ਪੱਧਰ ਤੇ ਕਤਲ ਹੋ ਜਾਏ ਤੇ ਆਪਾਂ ਉਹਦੇ ਵਿੱਚ ਚਾਚੇ ਤਾਏ ਇਨਵੋਲਵ ਕਰਕੇ, ਚਾਚੇ ਦਾ ਮੁੰਡਾ ਇਨਵੋਲਵ ਕਰਕੇ ਉਹਨੂੰ ਜੇਲ੍ਹ 'ਚ ਬੰਦ ਕਰ ਦਿੰਦੇ ਆ ਕੁਝ ਕੁ ਦਿਨਾਂ ਦੇ ਵਿੱਚ। ਬਈ ਸਾਡਾ ਵੀ ਬਾਪ ਗਿਆ, ਮੇਰੇ ਵੀ ਬਾਪ ਦੇ ਗੋਲੀਆਂ ਵੱਜੀਆਂ, ਤੇ ਵੱਜੀਆਂ ਵੀ ਉਹ ਸਰਕਾਰੀ ਤੰਤਰ ਵੱਲੋਂ ਆ, ਜਿਹੜਾ ਪੈਨ ਆਪਦੀ ਮਰਜ਼ੀ ਨਾਲ ਨਹੀਂ ਚਲਾ ਸਕਦਾ, ਗੋਲੀਆਂ ਚਲਾ ਗਿਆ, ਤੇ 8 ਸਾਲ ਵਿੱਚ ਉਹ ਆਇਡੈਂਟੀਫਾਈ ਨਹੀਂ ਹੋ ਸਕਿਆ। ਬਿਲਕੁਲ ਠੀਕ। ਸੋ ਇਹ ਨਿਕੰਮਾਪਣ ਆ ਸਿਸਟਮ ਦਾ, ਤੇ ਜਿਹਦੇ ਨਾਲ ਹੀ ਉਹ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਦੇ ਆ ਕਿ ਕੱਲ ਨੂੰ ਕੋਈ। ਜੀ
ਮੈਂ ਠੀਕ ਹੈ, ਤੁਹਾਡੇ ਸਵਾਲ ਸੰਸੇ ਮੇਰੇ ਤੱਕ ਪਹੁੰਚੇ ਆ। ਮੈਂ ਸੁਖਦੇਵ ਜੀ ਹੋਰਾਂ ਕੋਲ ਜਾਊਂਗਾ। ਮੈਂ ਉਹਨਾਂ ਦੀ ਸਿਆਸੀ ਸੂਝ ਦੇ ਨਾਲ ਇੱਕ ਗੱਲ ਪੁੱਛਣੀ ਚਾਹੁੰਦਾ। ਸੁਖਦੇਵ ਜੀ, ਤੁਹਾਡੀ ਸਿਆਸੀ ਸਮਝ ਕੀ ਕਹਿੰਦੀ ਹੈ ਕਿ ਵਾਕਿਆ ਹੀ ਹਮ ਰੁਤਬਾ ਜਾਂ ਜਿਹੜੇ ਇਹਨੂੰ ਕਹਿ ਲਈਏ ਕਿ ਸਾਡੇ ਸਮਕਾਲੀ ਸਿਆਸਤਦਾਨਾਂ ਨੂੰ ਮੌਜੂਦਾ ਸਿਆਸਤਦਾਨ ਜਾਂ ਮੌਜੂਦਾ ਸਰਕਾਰ ਹੱਥ ਪਾ ਸਕੇਗੀ? ਮੈਂ ਇਹ ਨਹੀਂ ਪੁੱਛੂੰਗਾ ਕਿ ਪਾਏਗੀ ਜਾਂ ਨਹੀਂ ਪਾਏਗੀ, ਪਾ ਸਕੇਗੀ, ਕਿਉਂਕਿ ਅੰਗਲੀਆਂ ਸੰਗਲੀਆਂ ਵਿੱਚੋਂ ਬਹੁਤ ਪੈਂਦੀਆਂ ਨੇ। ਫਿਰ ਉਹੀ ਪੁਲਿਸ ਆਪਣੇ ਉਹਨਾਂ ਪੁਲਿਸ ਅਫਸਰਾਂ ਤੇ ਕਾਰਵਾਈ ਕਰ ਸਕੇਗੀ ਜਿਨ੍ਹਾਂ ਨੇ ਆਪ ਹੀ ਇਹ ਫੈਸਲਾ ਲਿਆ। ਜਿਵੇਂ ਸੁਖਰਾਜ ਜੀ ਨੇ ਕਿਹਾ ਸੀ, ਜਿਨ੍ਹਾਂ ਕੋਲੇ ਪੈਨ ਚਲਾਉਣ ਦੀ ਪਾਵਰ ਨਹੀਂ, ਉਹਨਾਂ ਨੇ ਗੋਲੀਆਂ ਚਲਾਤੀਆਂ। ਦੇਖੋ ਧਾਲੀਵਾਲ ਸਾਹਿਬ, ਗੱਲ ਇੱਥੇ ਬੈਠ ਕੇ ਕਿਸੇ ਦੇ ਇਸ ਤੇ ਸ਼ੱਕ ਕਰਾਂ ਮੈਂ ਨਹੀਂ ਕਰਦਾ, ਨਾ ਮੇਰੀ ਇਹ ਆਦਤ ਹੈ, ਨਾ ਮੇਰੀ ਨੇਚਰ ਹੈ। ਬਿਲਕੁਲ ਜੇ ਕਿਸੇ ਨੇ ਕੀਤਾ ਜੋ ਜਿਹਦਾ ਜਿੰਨਾ ਵੀ ਰੋਲ ਬਣਦਾ ਉਹ ਕਿਸੇ ਵੀ ਪਾਰਟੀ ਦਾ, ਮੈਂ ਨਹੀਂ ਕਹਿੰਦਾ ਚਾਹੇ ਉਹ ਸਾਡੀ ਪਾਰਟੀ ਦਾ ਵੀ ਹੋਵੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ। ਕਿਉਂਕਿ ਇਹ ਮਾਮਲਾ ਨਾ ਤਾਂ ਰਾਜਨੀਤਿਕ ਹੈ ਤੇ ਨਾ ਹੀ ਕਿਸੇ ਹੋਰ ਕਿਸਮ ਦਾ, ਇਹ ਤਾਂ ਸਾਡੇ ਇਸ਼ਟ ਦਾ ਮਾਮਲਾ, ਸਾਡੇ ਧਰਮ ਦਾ ਮਾਮਲਾ ਹੈ। ਔਰ ਇਹਦੇ ਵਿੱਚ ਜੇ ਅਸੀਂ ਕੰਪਰੋਮਾਈਜ਼ ਕਰਾਂਗੇ, ਬਣ ਗਿਆ ਨਾ ਜਦੋਂ ਇਸ ਦੇ ਉੱਤੇ ਚੋਣਾਂ ਹੋ ਗਈਆਂ, ਜਦੋਂ ਇਸ ਦੇ ਉੱਤੇ ਵਿਧਾਇਕ ਮੰਤਰੀ ਬਦਲ ਗਏ, ਰਾਜਨੀਤਿਕ ਦਾ ਬਣ ਗਿਆ ਮਸਲਾ। ਰਾਜਨੀਤਿਕ ਤਾਂ ਬਣਿਆ, ਦੇਖੋ ਮੈਂ ਉਸ ਗੱਲ ਦੇ ਵਿੱਚ ਨਾ ਮੈਂ ਬਾਕੀਆਂ ਦੇ ਨਾਲੋਂ ਇਸ ਗੱਲ 'ਚ ਫਰਕ ਰੱਖਦਾ। ਰਾਜਨੀਤਿਕ ਤਾਂ ਬਣ ਗਿਆ ਜਦੋਂ ਉਸ ਸਮੇਂ ਦੀ ਸਰਕਾਰ ਗੱਲਾਂ ਲੁਕਾਉਣ ਲੱਗ ਗਈ। ਜਦੋਂ ਲੁਕਾਉਣ ਲੱਗ ਜਾਓ ਨਾ, ਰਾਜਨੀਤਿਕ ਤਾਂ ਬਣਨਾ ਹੀ ਬਣਨਾ ਹੈ, ਕਿਉਂਕਿ ਉਹਦੇ ਰਾਜਨੀਤਿਕ ਬੰਦੇ ਰਿਐਕਟ ਕਰਨਗੇ। ਜੋ ਰਾਜਨੀਤਿਕ ਬੰਦਾ ਰਿਐਕਟ ਕਰੂਗਾ, ਮੈਟਰ ਵੀ ਰਾਜਨੀਤਿਕ ਬਣ ਜਾਊਗਾ। ਉਹ ਇਸ ਕਰਕੇ ਬਣਿਆ ਵੀ ਉਦੋਂ ਅਸੀਂ ਲੁਕਾਉਣ ਲੱਗ ਗਏ। ਜੇ ਅਸੀਂ ਨਾ ਲੁਕਾਉਂਦੇ, ਮੇਰੇ ਖਿਆਲ ਦੇ ਵਿੱਚ ਸਿਚੁਏਸ਼ਨ ਨਹੀਂ ਸੀ ਆਉਣੀ। ਅਸੀਂ ਕੁਛਾਂ ਨੂੰ ਬਚਾਉਣ ਲੱਗ ਗਏ, ਲੁਕਾਉਣ ਲੱਗ ਗਏ ਗੱਲਾਂ ਨੂੰ ਬਚਾਉਣ ਵਾਸਤੇ। ਜਦੋਂ ਅਸੀਂ ਬਚਾਉਣ ਵਾਸਤੇ ਚੀਜ਼ਾਂ ਲੁਕਾਵਾਂਗੇ ਤਾਂ ਉਹਦੇ ਤੇ ਰਾਜਨੀਤਿਕ ਬੰਦਿਆਂ ਦੀ ਰਿਐਕਸ਼ਨ ਵੀ ਹੋਣੀ ਤੇ ਰਾਜਨੀਤੀ ਵੀ ਹੋਣੀ ਹੈ। ਇਸ ਕਰਕੇ ਇਹਨੂੰ ਆਪਾਂ ਉਸ ਕਰਕੇ ਰਾਜਨੀਤਿਕ ਰੰਗ ਦਿੱਤੀ ਗਈ। ਮੇਰੇ ਖਿਆਲ ਦੇ ਵਿੱਚ ਵੈਸੇ ਇਹਨੂੰ ਕੋਈ ਰਾਜਨੀਤਿਕ ਰੰਗ ਦੇਣੀ ਚਾਹੁੰਦਾ ਹੋਵੇ ਜਾਂ ਨਾ ਹੋਵੇ, ਮੈਂ ਨਹੀਂ ਉਸ ਗੱਲ ਦੇ ਤੇ ਚਾਹੁੰਦਾ, ਕਿਉਂਕਿ ਦੇਣੀ ਨਹੀਂ ਚਾਹੀਦੀ। ਜੇ ਕਿਸੇ ਨੇ ਦਿੱਤੀ ਵੀ ਹੈ ਤਾਂ ਮਾੜੀ ਗੱਲ ਹੈ, ਚਾਹੇ ਕਿਸੇ ਵੀ ਪਾਰਟੀ ਦਾ। ਪਰ ਅਸਲ ਗੱਲ ਮੈਂ ਜਿਹੜੀ ਤੁਹਾਨੂੰ ਕਹਿਣਾ, ਮੁੱਦੇ ਦੀ ਗੱਲ ਤਾਂ ਇਹ ਹੈ ਵੀ ਜਦੋਂ ਆਪਾਂ ਲੁਕਾਵਾਂਗੇ ਨਾ ਕਿਸੇ ਚੀਜ਼ ਨੂੰ, ਬਚਾਉਣ ਦੀ ਕੋਸ਼ਿਸ਼ ਕਿਹਨਾਂ ਬੰਦਿਆਂ ਨੂੰ, ਔਰ ਜਿਨ੍ਹਾਂ ਬੰਦਿਆਂ ਨੂੰ ਬਚਾਉਣ ਦੀ ਕੋਸ਼ਿਸ਼ ਸਾਰਾ ਪੰਜਾਬ ਜਾਣਦਾ। ਆਪਾਂ ਸੁਮੇਧ ਸੈਣੀ ਨੂੰ ਬਚਾਉਣ ਤੁਰ ਪਏ, ਆਪਾਂ ਬਾਬੇ ਨੂੰ ਬਚਾਉਣ ਤੁਰ ਪਏ। ਬਾਬਾ ਤਾਂ ਚਲੋ ਸ਼ਬਦ ਹੀ ਉਹਦੇ ਵਾਸਤੇ ਮਾੜਾ ਹੈ, ਬਾਬਾ ਕਹਿਣਾ ਨਹੀਂ ਚਾਹੀਦਾ। ਜਿਹੜਾ ਸੌਦਾ ਸਾਦਾ ਉਹਨੂੰ ਬਚਾਉਣ ਤੁਰ ਪਏ, ਜਾਂ ਹੋਰ ਜਿਹੜਾ ਅਸੀਂ ਬੰਦਿਆਂ ਨੂੰ ਬਚਾਉਣ ਤੁਰ ਪਏ ਨਾ, ਜਦੋਂ ਅਸੀਂ ਉਹਨਾਂ ਨੂੰ ਬਚਾਉਣ ਤੁਰ ਪਏ ਤਾਂ ਇਹ ਜਿਹੜਾ ਰਿਐਕਸ਼ਨ ਹੋਣਾ ਜ਼ਰੂਰੀ ਸੀਗਾ। ਔਰ ਇਸ ਕਰਕੇ ਮਸਲਾ ਉੱਥੋਂ ਉਲਝਿਆ। ਜੇ ਅਸੀਂ ਨਾ ਕਿਸੇ ਨੂੰ ਬਚਾਉਂਦੇ, ਨਾ ਇਹ ਰਾਜਨੀਤਿਕ ਹੋਣਾ ਸੀ, ਉਸ ਟਾਈਮ ਸੌਟ ਆਊਟ ਵੀ ਹੋ ਜਾਣਾ ਸੀ, ਸੋਲਵ ਵੀ ਹੋ ਜਾਣਾ ਸੀ, ਬੰਦੇ ਵੀ ਆਇਡੈਂਟੀਫਾਈ ਹੋ ਜਾਣੇ ਸੀ, ਫੜੇ ਵੀ ਜਾਣੇ ਸੀ। ਔਰ ਜਿਹੜੇ ਸਾਡੇ ਸੁਖਰਾਜ ਵਰਗੇ ਨੇ ਜਿਨ੍ਹਾਂ ਨੇ ਬਾਪ ਗਵਾਏ ਆ, ਜੇ ਕੋਈ ਉਹਨਾਂ ਨੂੰ ਕਹੇ ਚਾਹੇ ਕੋਈ ਕਿਸੇ ਵੀ ਪਾਰਟੀ ਦਾ ਬੰਦਾ ਕਹੇ ਵੀ ਰਾਜਨੀਤੀ ਕਰਦੇ, ਮਾੜੀ ਗੱਲ ਹੈ। ਬਿਲਕੁਲ ਮੈਂ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ। ਬਾਪ ਗਵਾ ਕੇ ਕੋਈ ਰਾਜਨੀਤੀ ਨਹੀਂ ਕਰਦਾ। ਭਰਾ ਜਿਹਦੇ ਸਿਰ ਦਾ ਕਹਿੰਦੇ ਹੁੰਦੇ ਨਾ ਸਾਇਆ ਚਲਾ ਜਾਵੇ, ਜਦੋਂ ਸਾਡੇ ਫਾਦਰ ਬਜ਼ੁਰਗ ਹੋ ਕੇ ਸਾਡੇ ਤੋਂ ਜਾਂਦੇ ਆ ਨਾ, ਅਸੀਂ ਤਾਂ ਵੀ ਇਕੱਲੇ ਬਹਿ ਕੇ ਰੋਨੇ ਵੀ ਆ, ਪਛਤਾਉਣੇ ਵੀ, ਟਾਈਮ ਨੂੰ ਵੀ ਦਿੰਦੇ ਆ। ਉਹ ਵੀ ਸੋਚਦੇ ਆ ਵੀ ਜੇ ਮੈਂ ਇੱਥੋਂ ਨਾ ਦਵਾਈ ਦਵਾ ਸਕਿਆ ਕਿਤੋਂ ਹੋਰ ਦਵਾ ਦਿੰਦਾ ਸ਼ਾਇਦ ਬਚ ਜਾਂਦਾ। ਇਸ ਕਰਕੇ ਜਿਹੜਾ ਇਹੋ ਜਿਹੀ ਘਟਨਾ 'ਚ ਚਲਾ ਜਾਵੇ, ਬੜਾ ਸਹਿਣਾ ਔਖਾ ਹੈ। ਤੇ ਉਸ ਗੱਲ ਦਾ ਜਿਹੜਾ ਦੁੱਖ ਆ ਉਹ ਸੁਖਰਾਜ ਸਿੰਘ ਹੁਣੀ ਜਾਣਦੇ ਆ। ਇਸ ਤੇ ਗੱਲਾਂ ਕਰਕੇ ਚਲੇ ਜਾਣਾ ਉਹੀ ਜਾਣਦੇ ਨੇ, ਉਹੀ ਸਮਝਦੇ ਨੇ। ਜਿਹਦੇ ਨਾਲ ਦਿਨ ਰਾਤ ਸੁਬਾਹ ਸ਼ਾਮ ਬੀਤਦੀ ਹੈ ਉਸ ਨੂੰ ਪਤਾ। ਗਰੇਵਾਲ ਸਾਹਿਬ, ਮੈਂ ਇੱਧਰ ਉੱਧਰ ਦੀ ਕੋਈ ਗੱਲ ਨਹੀਂ ਕਰੂੰਗਾ, ਸਿੱਧਾ ਤੇ ਸਪਸ਼ਟ ਸਵਾਲ ਪੁੱਛਣਾ ਚਾਹੁੰਦਾ। ਜਿਹੜੇ ਕਾਤਲ ਤੇ ਬਲਾਤਕਾਰੀ ਦੇ ਵੱਲ ਇਸ਼ਾਰਾ ਸੁਖਰਾਜ ਹੋਰਾਂ ਨੇ ਕੀਤਾ, ਜਿਹੜਾ ਸਨਾਰੀਆ ਜੇਲ੍ਹ 'ਚ ਬੰਦ ਹੈ, ਉਹਦੇ ਤੱਕ ਤੁਹਾਡੀ ਸਰਕਾਰ ਸੌਖਿਆਂ ਪਹੁੰਚ ਸਕਦੀ ਹੈ? ਉਹਦੇ ਡੇਰੇ ਦੇ ਅਨਿਆਈਆਂ ਤੱਕ ਸੌਖੇ ਪਹੁੰਚ ਸਕਦੀ ਆ ਉਹ ਜਿਹੜੇ ਕਿ ਸਾਜ਼ਿਸ਼ ਘਾੜੇ ਨੇ? ਕਿਉਂਕਿ ਇਸ ਤੋਂ ਬਾਅਦ ਇਲੈਕਸ਼ਨ ਹਰਿਆਣੇ 'ਚ ਵੀ ਆਉਣੇ ਨੇ, ਆਧਾਰ ਹਰਿਆਣੇ 'ਚ ਚੰਗਾ, ਔਰ ਡੇਰਿਆਂ ਦੇ ਉੱਤੇ ਸਾਰੀਆਂ ਪਾਰਟੀਆਂ ਜਾਂਦੀਆਂ ਨੇ ਤੇ ਜਾਣ ਤੋਂ ਕੋਈ ਮਨਾਹੀ ਵੀ ਨਹੀਂ। ਕਿਤੇ ਇਹ ਵੱਡਾ ਵੋਟ ਬੈਂਕ ਇਸ ਰਾਹ ਦੇ ਵਿੱਚ ਅੜਿੱਕਾ ਤਾਂ ਨਹੀਂ ਬਣ ਜਾਊਗਾ? और नहीं जी नहीं, देखो पर्सनली नवजोत जी मैं एक गल च विश्वास रखदा हां कि पहली गल ये डेरे डूरे ओवररेटेड हुंदे आ। पहली गल। दूजी गल, जेड़े भी बंदे ने ये दोष कीता है ਉਹਦੇ ਤੱਕ ਭਾਵੇਂ ਜਿੱਦਾਂ ਮਰਜ਼ੀ ਵੱਡਾ ਹੋਵੇ, ਪਹੁੰਚ ਵੀ ਹੋਊਗੀ, ਹੱਥ ਵੀ ਪਊਗਾ, ਸਭ ਕੁਝ ਹੋਊਗਾ। ਤੀਜੀ ਗੱਲ ਜਿਹੜੀ ਮੈਂ ਸੁਖਦੇਵ ਜੀ ਨਾਲ ਇਸ ਗੱਲ 'ਚ ਇਤਫਾਕ ਨਹੀਂ ਰੱਖਦਾ, ਬੜੀ ਬਦਕਿਸਮਤੀ ਨਾਲ ਪੰਜਾਬ 'ਚ ਬੜੀ ਕਾਨੂੰਨੀ ਧਰਮ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜੋ ਕਿ 17 'ਚ ਵੀ ਕੀਤੀ ਗਈ ਤੇ 22 'ਚ ਵੀ ਕੀਤੀ ਗਈ। 17  'ਚ ਤਾਂ ਉਹਦੇ ਨਾਲ ਇਲੈਕਸ਼ਨ ਦਾ ਰਿਜ਼ਲਟ ਬਦਲਿਆ ਵੀ ਹੈ। ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਜੀ ਕਿ ਜਿਹੜੇ ਇਹ ਬੰਦੇ ਨੂੰ 8 ਸਾਲ ਸੁਰੱਖਿਆ ਮਿਲਿਆ, ਸੁਖਰਾਜ ਜੀ ਵਿਚਾਰੇ ਜਿਹਨੇ ਨੇ ਆਪਣਾ ਬਾਪ ਪਾਲਿਆ, ਉਹ ਵਿਚਾਰੇ ਕਾਹਦੀ ਰਾਜਨੀਤੀ ਕਰਨਗੇ ਜੀ?
ਇਹ ਰਾਜਨੀਤੀ ਦਾ ਪਾਰਟੀਆਂ ਕਰਦੀ ਸੀ, ਗੰਦੀ ਰਾਜਨੀਤੀ ਪੰਜਾਬ 'ਚ ਪ੍ਰਚਲਿਤ ਹੋ ਗਈ ਸੀ। ਸੋ ਅਸੀਂ ਇਸ ਗੱਲ ਲਈ ਵਚਨਬੱਧ ਹਾਂ। ਜਦੋਂ ਇਹ ਬੰਦਾ, ਇਹ ਤੁਸੀਂ ਸਮਝੋ ਅੱਜ ਤੱਕ ਹੋ ਕੀ ਰਿਹਾ ਸੀਗਾ, ਜਿਹੜਾ ਵੀ ਬੇਅਦਬੀ ਵਾਲਾ ਫੜਿਆ ਗਿਆ ਸੀਗਾ ਉਹਦਾ ਜਾਂ ਤਾਂ ਕਤਲ ਕਰਾ ਦਿੱਤਾ ਜਾਂਦਾ ਸੀ ਜਾਂ ਉਹ ਗਾਇਬ ਹੋ ਜਾਂਦਾ ਸੀਗਾ। ਹੁਣ ਜਦੋਂ ਇਹ ਇੱਕ ਵਾਰੀ ਸਰਕਲ ਟੁੱਟਿਆ, ਇਹ ਬੰਦਾ ਸਹੀ ਸਲਾਮਤ ਪੁਲਿਸ ਦੇ ਹੱਥ ਆ ਗਿਆ, ਸੋ ਇਹਨੂੰ ਪ੍ਰੋਟੈਕਟ ਕਰਨਾ ਇਨ ਦਾ ਸੈਂਸ ਕਿ ਇਹਨੂੰ ਜ਼ਿੰਦਾ ਰੱਖ ਕੇ ਤੋਂ ਸਾਰੀ ਜਾਣਕਾਰੀਆਂ ਕਢਾਉਣਾ, ਇਹ ਸਾਰੇ ਲਿੰਕ ਕਢਾਉਣਾ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਇਹਨੂੰ ਜਿਹਦਾ ਵੀ ਸ਼ਹਿ ਪ੍ਰਾਪਤ ਸੀ, ਭਾਵੇਂ ਜਿਹੜਾ ਮਰਜ਼ੀ ਹੋਵੇ, ਜਿੱਡਾ ਮਰਜ਼ੀ ਵੱਡਾ ਹੋਵੇ, ਉਹਨੂੰ ਫੜਨਾ ਵੀ ਪੁਲਿਸ ਦੀ ਡਿਊਟੀ ਹੈ ਸਰ, ਡਿਊਟੀ ਪਾਉਂਦਾ ਇਸ ਗੱਲ ਲਈ। ਤੇ ਅਸੀਂ ਇਸ ਗੱਲ ਲਈ ਵਚਨਬੱਧ ਹਾਂ ਕਿ ਹੁਣ ਇਹਨੂੰ ਕਲੋਜ਼ਰ, ਇਸ ਮੁੱਦੇ ਨੂੰ ਕਲੋਜ਼ਰ ਦੇਣਾ ਜ਼ਰੂਰੀ ਹੈ, ਜੋ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੇ ਰਹੇਗੀ। ਅੱਜ ਤੱਕ ਜੋ ਵੀ ਕੁਝ ਹੋਇਆ ਉਹਦੇ ਤੇ ਮੈਂ ਟਿੱਪਣੀ ਨਹੀਂ ਕਰੂੰਗਾ, ਪਰ ਇਹ ਬਚਦੇ ਤਾਂ ਰਹੇ ਕਿਉਂਕਿ ਕਿਸੇ ਨਾ ਕਿਸੇ ਤਰੀਕੇ ਦਾ ਸੰਰਕਸ਼ਣ ਪ੍ਰਾਪਤ ਸੀਗਾ ਇਹਨਾਂ। ਠੀਕ ਹੈ, ਬਿਲਕੁਲ ਤੁਸੀਂ ਇਹ ਗੱਲ ਬੜੀ ਦਰੁਸਤ ਕਹੀ ਹੈ ਕਿ ਇਸ ਵੇਲੇ ਜ਼ਿੰਮੇਵਾਰੀ ਇਹ ਵੱਡੀ ਹੈ ਕਿ ਇਹਨਾਂ ਨੂੰ ਬਚਾ ਕੇ ਕਿਵੇਂ ਰੱਖਣਾ ਹੈ, ਕਿਉਂਕਿ ਜਿਵੇਂ ਮਹਿੰਦਰਪਾਲ ਬਿੱਟੂ ਦਾ ਕਤਲ ਹੋਇਆ ਤੇ ਇਹਨਾਂ ਦੇ ਨਾਲ ਵੀ ਰਾਜ਼ ਜਿਹੜੇ ਆ ਉਹ ਰਾਜ਼ ਬਣ ਕੇ ਹੀ ਨਾ ਖਤਮ ਹੋ ਜਾਣ। ਚੰਨੀ ਸਾਹਿਬ, ਜਿਵੇਂ ਮੈਂ ਪਹਿਲਾਂ ਵੀ ਆਪਣਾ ਸਵਾਲ ਤੁਹਾਡੇ ਤੋਂ ਪੁੱਛਿਆ ਸੀ, ਉਸੇ ਸਵਾਲ ਦੀ ਕੜੀ ਨੂੰ ਮੈਂ ਅੱਗੇ ਤੋਰਦਾ ਹੋਇਆ, ਕਿਉਂਕਿ ਤੁਸੀਂ ਉਹ ਗੱਲ ਤਾਂ ਉੱਥੇ ਹੀ ਮੁਕਾਤੀ। ਮੈਂ ਹੁਣ ਉਹਦੇ ਉੱਤੇ ਕੋਈ ਸਵਾਲ ਪਾਵਾਂ ਕਿ ਤੁਸੀਂ ਜਾਂਚ ਕੀਤੀ ਜਾਂ ਨਹੀਂ ਕੀਤੀ, ਜਾਂ ਜਿਹੜਾ ਤੁਸੀਂ ਕਮਿਸ਼ਨ ਬਿਠਾਇਆ ਉਹਦੀ ਮੰਨੀ ਕਿਉਂ ਨਹੀਂ ਮੰਨੀ, ਕਿਉਂਕਿ ਤੁਸੀਂ ਕਿਹਾ ਵੀ ਤੁਹਾਡੀ ਭੂਮਿਕਾ ਛੋਟੇ ਭਰਾ ਵਾਲੀ ਸੀਗੀ। ਤੁਹਾਡੇ ਤਾਂ ਉਹ ਭੂਮਿਕਾ ਸੀਗੀ ਵੀ ਜਿਵੇਂ ਵੱਡਾ ਭਰਾ ਤੇ ਪਿਓ ਦੋਵੇਂ ਦਬਕਾ ਮਾਰ ਦਿੰਦੇ, ਛੋਟੀ ਦੀ ਚੱਲਦੀ ਨਹੀਂ, ਤੁਸੀਂ ਤਾਂ ਦਬਕੇ ਦੇ ਥੱਲੇ ਕੰਮ ਕੀਤਾ। ਉਹ 2 ਸਾਲ ਨਹੀਂ ਤੁਸੀਂ ਕੁਝ ਕਰ ਸਕਦੇ, ਪਰ ਹੁਣ ਜੋ ਤੁਸੀਂ ਕਰ ਸਕਦੇ ਹੋ, ਹੁਣ ਜਿਹੜੀ ਭੂਮਿਕਾ ਕਰ ਸਕਦੇ ਹੋ, ਹੁਣ ਤੁਸੀਂ ਆਡਾ ਵੀ ਲਾ ਸਕਦੇ ਹੋ ਆਪਦੀ ਕੇਂਦਰੀ ਇਕਾਈ ਨਾਲ। ਸੁਖਰਾਜ ਜੀ ਨੇ ਜਿਵੇਂ ਦੱਸਿਆ ਕਿ ਬਿੱਲ ਭਾਈ ਉਹ ਤੁਹਾਡੇ ਵੱਲੋਂ ਪੈਂਡਿੰਗ ਹੈ, ਤੁਸੀਂ ਉਹਦੇ ਉੱਤੇ ਜੇ ਸਹੀ ਪਾ ਦਿੰਦੇ ਹੋ, ਆਏ ਰੋਜ਼ ਜੋ ਅਸੀਂ ਦੇਖ ਰਹੇ ਹਾਂ, ਜੋ ਗੁਰਦੁਆਰਾ ਕਤਲਗੜ੍ਹ ਸਾਹਿਬ, ਜੋ ਦਰਬਾਰ ਸਾਹਿਬ, ਜੋ ਪਟਿਆਲੇ, ਇਹ ਸਾਰਾ ਕੁਝ ਸ਼ੁਰੂ ਹੋ ਗਿਆ ਇੱਕ ਪ੍ਰਚਲਨ। ਪਤਾ ਨਹੀਂ ਕਿਹੜੇ ਲੋਕ ਹੈ ਅਜਿਹੀ ਰਾਜਨੀਤੀ ਕਰਦੇ ਆ ਜਿਹੜੇ ਧਰਮਾਂ ਦੇ ਉੱਤੇ ਆ ਗਏ ਆ। ਇਹ ਰੁਕ ਸਕਦੀਆਂ ਨੇ ਜੇਕਰ ਉਹਦੇ ਉੱਤੇ ਕੇਂਦਰ ਸਹੀ ਪਾ ਦਿੰਦੀ ਆ। ਬਿਲਕੁਲ, ਮੈਂ ਪਹਿਲਾਂ ਵੀ ਇਹ ਕਹਿ ਚੁੱਕਿਆ ਕਿ ਅਸੀਂ, ਸਾਡੀ ਪੰਜਾਬ ਦੀ ਇਕਾਈ ਕੇਂਦਰ ਸਰਕਾਰ ਤੇ ਪੂਰਾ ਜ਼ੋਰ ਪਾਊਗੀ ਕਿ ਇਹ ਬਿੱਲ ਨੂੰ ਜਲਦੀ ਤੋਂ ਜਲਦੀ ਪਾਸ ਕੀਤਾ ਜਾਵੇ, ਤਾਂ ਜੋ ਲੋਕਾਂ ਨੂੰ ਡਰ ਹੋਵੇ ਕਿ ਅਜਿਹੀ ਘਟੀਆ ਕਾਰਵਾਈਆਂ ਅੱਗੇ ਤੋਂ ਨਾ ਹੋਣ। ਬਾਕੀ ਰਹੀ ਗੱਲ ਅੱਜ ਜੋ ਸੰਦੀਪ ਜਿਹੜਾ ਬੇਟਾ ਫੜਿਆ ਹੈ, ਮੈਂ ਆਮ ਆਦਮੀ ਸਰਕਾਰ ਤੋਂ ਇਹ ਆਸ ਕਰਦਾ ਕਿ ਜਿਵੇਂ ਮਹਿੰਦਰਪਾਲ ਬਿੱਟੂ ਦਾ ਹਾਲ ਹੋਇਆ, ਪ੍ਰਦੀਪ ਸਿੰਘ ਦਾ ਹਾਲ ਹੋਇਆ, ਉਹੋ ਜਿਹਾ ਹਾਲ ਨਹੀਂ ਹੋਣ ਦਊਗੀ, ਆਪਣੀ ਜ਼ਿੰਮੇਵਾਰੀ ਸਮਝੂਗੀ ਤੇ ਉਹ ਬੰਦੇ ਨੂੰ ਇੱਕ ਚੰਗੀ ਪ੍ਰੋਟੈਕਸ਼ਨ ਦੇ ਵਿੱਚ ਰੱਖ ਕੇ, ਉਹਨੂੰ ਸੁਰੱਖਿਆ, ਵਧੀਆ ਸੁਰੱਖਿਆ ਦੇ ਕੇ, ਉਹਨੂੰ ਜਿੰਦਾ ਰੱਖ ਕੇ, ਉਹਦੇ ਕੋਲ ਸਾਰੀ ਜਿਹੜੀ ਇਹ ਸਾਜ਼ਿਸ਼ ਹੈ ਤੇ ਉਹਦੇ ਕੋਲ ਪੁੱਛਗਿੱਛ ਕਰਕੇ ਬਾਕੀ ਬੰਦਿਆਂ ਨੂੰ ਫੜ ਕੇ ਇਹ ਸਾਰੀ ਸੱਚਾਈ ਲੋਕਾਂ ਸਾਹਮਣੇ ਲਿਆ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਦਿਵਾਉਣ 'ਚ ਇਹ ਸਰਕਾਰ ਕਾਮਯਾਬ ਹੋਊਗੀ। ਤੇ ਮੈਂ ਉਮੀਦ ਕਰਦਾ ਤੇ ਆਸ ਵੀ ਕਰਦਾ ਤੇ ਅਰਦਾਸ ਵੀ ਕਰਦਾ। ਠੀਕ ਹੈ, ਔਰ ਮੈਨੂੰ ਲੱਗਦਾ ਕਿ ਇਸ ਮੁੱਦੇ ਦੇ ਉੱਤੇ ਇਸ ਤੋਂ ਇਲਾਵਾ ਹੋਰ ਜ਼ਿਆਦਾ ਸਵਾਲ ਜਵਾਬ ਕਰਨੇ ਵੀ ਬੇਮਾਇਨੇ ਤੇ ਬੇਈਮਾਨੀ ਹੋਊਗੀ, ਕਿਉਂਕਿ ਜੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਬਹੁਤ ਜਲਦੀ ਕਲੋਜ਼ਰ ਰਿਪੋਰਟ ਵੀ ਲੈ ਕੇ ਆਵਾਂਗੇ ਸਟੇਟਸ ਰਿਪੋਰਟ ਤੋਂ ਬਾਅਦ, ਔਰ ਕਾਂਗਰਸ ਇਹ ਕਨਫੈਸ ਕਰ ਰਹੀ ਹੈ ਕਿ ਕੋਈ ਨਾ ਕੋਈ ਗਲਤੀ ਰਹੀ ਹੋਏਗੀ ਤੇ ਅਸੀਂ ਉਹਦੇ ਭੁਗਤ ਭੋਗੀ ਵੀ ਹਾਂ। ਔਰ ਸੁਖਰਾਜ ਜੀ ਹੋਰੀ ਬੜੇ ਪੋਜ਼ਿਟਿਵ ਵੇ ਦੇ ਵਿੱਚ ਇਸ ਉਡੀਕ ਦੇ ਵਿੱਚ ਵੀ ਬੈਠੇ ਹੈ ਕਿ ਪਹਿਲਿਆਂ ਨਾਲੋਂ ਕੁਝ ਇਹ ਬਿਹਤਰ ਵੀ ਕਰ ਰਹੇ ਹੈ। ਤੇ ਚੰਨੀ ਸਾਹਿਬ ਕਹਿ ਰਹੇ ਹੈ ਕਿ ਅਸੀਂ ਜ਼ਰੂਰ ਕੇਂਦਰੀ ਇਕਾਈ ਨੂੰ ਕਹਾਂਗੇ ਭਾਈ ਇਸ ਦੇ ਉੱਤੇ ਸਹੀ ਪਾਓ। ਤੇ ਇਹ ਮੈਨੂੰ ਲੱਗਦਾ ਇੱਕ ਬੜੀ ਸਕਾਰਾਤਮਕ ਮਾਹੌਲ ਦੇ ਵਿੱਚ ਚਰਚਾ ਆਪਣੀ ਹੋਈ ਹੈ ਤੇ ਮੈਂ ਇੱਥੇ ਹੀ ਇਸ ਚਰਚਾ ਨੂੰ ਵਿਰਾਮ ਦਊਂਗਾ ਤੇ ਤੁਹਾਡੇ ਸਭ ਤੋਂ ਧੰਨਵਾਦ ਸਹਿਤ ਇਜਾਜ਼ਤ ਲਊਂਗਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸੋ ਸਪੋਕਸਮੈਨ ਡਿਬੇਟ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ, ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।